प्यारे साथियों, स्वागत करदी ਹਾਂ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਅਜੀਤ ਕੌਰ ਜੀ ਦੀ ਸਵੈ ਜੀਵਨੀ ਖਾਨਾ ਬਦੋਸ਼ ਦੇ ਵਿੱਚੋਂ ਇੱਕ ਅਧਿਆਇ ਪੜ੍ਹਾਂਗੇ, ਆਪਣਾ 101। ਬਹੁਤ ਮਹੱਤਵਪੂਰਨ ਅਧਿਆਇ ਹੈ ਇਹ ਵਾਲਾ, ਠੀਕ ਹੈ। ਖਾਨਾ ਬਦੋਸ਼ ਵੈਸੇ ਵੀ ਇਹ ਜਿਹੜਾ ਖਾਨਾ ਬਦੋਸ਼ ਆ ਆਪਾਂ ਭਾਗ ਪਹਿਲਾ ਆ ਉਹਨਾਂ ਦੀ ਸਵੈ ਜੀਵਨੀ ਦਾ। ਇਹ 'ਤੇ ਆਪਾਂ ਵੀਡੀਓ ਬਣਾਈ ਆ ਜਿਹਦੇ ਵਿੱਚ ਆਪਾਂ ਪਹਿਲਾਂ ਵੀ ਬਣਾ ਚੁੱਕੇ ਵੀਡੀਓ, ਜਿਹਦੇ ਵਿੱਚ ਆਪਾਂ ਮੁੱਖ ਬੰਦ ਅਤੇ ਹੋਰ ਇਹਦੇ ਅਧਿਆਏ ਬਾਰੇ ਚਰਚਾ ਕੀਤੀ ਸੀ, ਹੋਰ ਗੱਲਬਾਤ ਕੀਤੀ ਸੀਗੀ। ਅੱਜ ਆਪਾਂ ਸਿਰਫ 101 'ਤੇ ਹੀ ਗੱਲ ਕਰਨੀ ਆ। ਥੋੜ੍ਹਾ ਵੱਡਾ ਆ, ਇਸ ਕਰਕੇ ਥੋੜ੍ਹਾ ਜਿਹਾ ਮੈਂ ਸ਼ਾਰਟ ਮਾਰਾਂਗੀ, ਠੀਕ ਹੈ। ਇਹਨੂੰ ਸੰਖੇਪ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੀ ਤਾਂ ਕਿ ਵੀਡੀਓ ਜ਼ਿਆਦਾ ਵੀ ਨਾ ਲੰਬੀ ਹੋ ਜਾਵੇ, ਫਿਰ ਤੁਸੀਂ ਸੁਣੀ ਨਹੀਂ ਤਾਂ ਫਿਰ ਫਾਇਦਾ ਕੀ, ਠੀਕ ਹੈ। ਅਤੇ ਕਈ ਵਾਰੀ ਕੰਮ ਦੀ ਗੱਲ ਦੱਸਣ ਵਾਸਤੇ ਜੇ ਵੀਡੀਓ ਲੰਬੀ ਵੀ ਬਣ ਜਾਵੇ ਤਾਂ ਕੋਈ ਚੱਕਰ ਨਹੀਂ, ਠੀਕ ਹੈ। ਇਹ ਹੁਣ ਸੁਣਨਾ ਨਹੀਂ ਸੁਣਨਾ ਇਹ ਤੁਹਾਡੀ ਇੱਛਾ 'ਤੇ ਡਿਪੈਂਡ ਕਰਦਾ, ਠੀਕ ਹੈ ਨਾ। 101 ਇਹਦੇ ਵਿੱਚ ਦੇਖੋ ਵੀ, ਪਹਿਲਾਂ ਆਪਾਂ ਪੜ੍ਹਦੇ ਹਾਂ। ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਮੇਰੇ ਪੈਰਾਂ ਦੀਆਂ ਅੱਡੀਆਂ ਤੋਂ ਸ਼ੁਰੂ ਹੋ ਕੇ ਦੂਰ ਦਮੇਲ ਤੱਕ ਸਿਰਫ ਅੱਗ ਦੀਆਂ ਸੁਰਖ ਲਾਟਾਂ ਭਾਂਬੜ ਬਣ ਕੇ ਬਲਦੀਆਂ ਨਜ਼ਰ ਆਉਂਦੀਆਂ ਨੇ। ਜੀ ਕਰਦਾ ਹੈ ਡਾਇਲ ਘੁਮਾਉਂਦੀ ਜਾਵਾਂ 101। ਇਸ ਨੰਬਰ 'ਤੇ ਫੋਨ ਕੀਤੇ ਅੱਗ ਬੁਝਾਉਣ ਵਾਲੇ ਆ ਜਾਂਦੇ ਨੇ ਅਤੇ ਮਨ ਵਿੱਚ ਮੈਂ ਰੋਜ਼ ਖਬਰੇ 50 ਵਾਰੀ ਇਹ ਨੰਬਰ ਕਮਾਉਂਦੀ ਹਾਂ 101। ਪਹਿਲਾਂ ਯਾਦ ਰੱਖਣਾ ਇਹ, ਠੀਕ ਹੈ। ਅੱਗੇ ਇਹਨਾਂ ਸੁਰਖ ਲਾਟਾਂ ਦੇ ਭਾਂਬੜ ਵਿੱਚ ਮੈਂ ਰੋਜ਼ ਸੜਦੀ ਹਾਂ, ਦਿਨੇ ਘੱਟ ਅਤੇ ਰਾਤੀ ਬਹੁਤ ਹੀ। ਇਸ ਅੱਗ ਵਿੱਚ ਰੋਜ਼ ਨਹਾਉਣਾ ਮੇਰੀ ਤਕਦੀਰ ਹੈ। ਇਹ ਤਕਦੀਰ 7 ਵਰ੍ਹੇ ਪਹਿਲਾਂ 14 ਅਤੇ 15 ਅਗਸਤ ਦੀ ਵਿਚਕਾਰਲੀ ਰਾਤ ਨੂੰ ਮੇਰੇ ਮੱਥੇ 'ਤੇ ਹੀ ਨਹੀਂ, ਮੇਰੇ ਸਾਰੇ ਪਿੰਡੇ 'ਤੇ ਲਿਖੀ ਗਈ ਸੀ। ਅਤੇ ਫਿਰ ਅਗਲੇ 7 ਦਿਨ ਕੋਈ ਮੇਰਾ ਮਾਸ ਖੁੱਚ ਕੇ ਇਸ ਤਕਦੀਰ ਨੂੰ ਮੇਰੇ ਪਿੰਡੇ 'ਤੇ ਉੱਕਰਦਾ ਰਿਹਾ ਸੀ। ਜੇ ਮੈਂ ਪਿੱਛੇ ਵੱਲ ਤੁਰਨਾ ਹੋਵੇ ਤਾਂ ਇਸ ਅੱਗ ਦੇ ਸ਼ੋਲਿਆਂ ਵਿੱਚ ਤੁਰ ਕੇ ਹੀ ਜਾਣਾ ਪਵੇਗਾ। ਪਿੱਛੇ ਤੁਰਨਾ ਬਹੁਤ ਦੇਰ ਤੋਂ ਟਾਲ ਰਹੀ ਸਾਂ। ਅਮਰਤਾ ਨੇ ਮੇਰਾ ਮੂੰਹ ਪਿਛਾਂਹ ਕਰਕੇ ਮੈਨੂੰ ਧੱਕਾ ਦੇ ਦਿੱਤਾ। ਤੁਰ। ਸੋ ਦੋਸਤੋ, ਇਸ ਅੱਗ ਦਾ ਸਫ਼ਰ ਤੁਹਾਨੂੰ ਵੀ ਮੇਰੇ ਨਾਲ ਹੀ ਕਰਨਾ ਪਵੇਗਾ, ਠੀਕ ਹੈ। ਤਾਂ ਇਹ ਅੱਗੇ ਦੇਖੋ ਇਹਦੇ ਵਿੱਚ ਕੀ ਦੱਸਦੇ ਨੇ। ਇਹਨਾਂ ਦੀ ਬੇਟੀ, ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਆਪਾਂ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਕਿ ਇਹਨਾਂ ਦੀਆਂ 2 ਬੇਟੀਆਂ ਸੀਗੀਆਂ, ਠੀਕ ਹੈ, ਕੈਂਡੀ ਅਤੇ ਅਰਪਨਾ, ਠੀਕ ਹੈ। ਅਤੇ ਕੈਂਡੀ ਅਤੇ ਅਰਪਨਾ ਹੈ ਨਾ। ਅਤੇ ਜਿਹੜੀ ਕੈਂਡੀ ਆ ਉਹ ਵਿਦੇਸ਼ ਜਾਂਦੀ ਹੈਗੀ ਆ, ਤਾਂ ਉੱਥੇ ਉਹਦੇ ਨਾਲ ਇੱਕ ਹਾਦਸਾ ਹੋ ਜਾਂਦਾ ਆ, ਅੱਗ ਵਿੱਚ ਸੜ ਜਾਂਦੀ ਆ, ਠੀਕ ਹੈ। ਕਿਚਨ ਦੇ ਵਿੱਚ ਕੋਈ ਹਾਦਸਾ ਵਾਪਰ ਜਾਂਦਾ ਬਾਹਰ ਹੀ। ਤਾਂ ਉਹ ਸਾਰੀ ਜੋ ਸਥਿਤੀ ਦਾ ਵਰਣਨ ਆ ਅਜੀਤ ਕੌਰ ਜੀ ਨੇ ਕੀਤਾ ਹੈ ਉਹ ਇਸ ਵਿੱਚ ਦਿਖਾਇਆ ਗਿਆ ਹੈ, ਠੀਕ ਹੈ। 7 ਵਰ੍ਹੇ ਪਹਿਲਾਂ ਹੋਈ ਘਟਨਾ ਹੋ ਗੁਜ਼ਰ ਹੀ ਨਹੀਂ ਗਈ, ਹਰ ਪਲ ਮੇਰੀ ਛਾਤੀ ਵਿੱਚ ਵਾਪਰਦੀ ਹੈ। ਅੱਗ ਦੀਆਂ ਲਾਟਾਂ ਵਿੱਚ ਘਿਰੀ ਇੱਕ ਮਸ਼ਾਲ ਵਾਂਗੂ ਬਲਦੀ ਨਹਾਇਤ ਖੂਬਸੂਰਤ ਇੱਕ ਕੁੜੀ 2 ਛੱਤਾਂ ਉਤਰਦੀ ਹੈ। ਪੌੜੀਆਂ ਵਿੱਚ ਬਲਦੀ ਅੱਗ ਤੁਰਦੀ ਹੈ। ਮੈਨੂੰ ਲੱਗਦਾ ਹੈ ਉਹ ਅੱਗ ਮੇਰੇ ਕੱਪੜਿਆਂ ਨੂੰ ਹੀ ਨਹੀਂ, ਮੇਰੇ ਪਿੰਡੇ ਦੇ ਮਾਸ ਨੂੰ ਲੱਗੀ ਹੋਈ ਹੈ। ਅਤੇ ਪੌੜੀਆਂ ਵਿੱਚੋਂ ਲੱਟ ਬਲਦੀ ਮੈਂ ਉਤਰ ਰਹੀ ਹਾਂ। ਮੈਨੂੰ ਪਤਾ ਹੈ ਮੈਂ ਮੁਸੀਬਤ ਵੇਲੇ ਚੀਕ ਕੇ ਕਿਸੇ ਨੂੰ ਮਦਦ ਲਈ ਨਹੀਂ ਬੁਲਾ ਸਕਦੀ ਜਦ ਤੱਕ ਉਹ ਮੇਰਾ ਬਿਲਕੁਲ ਆਪਣਾ ਨਾ ਹੋਵੇ। ਉਹਨੇ ਵੀ ਅਜਨਬੀ ਸ਼ਹਿਰ ਦੀਆਂ ਪਰਾਈਆਂ ਪੌੜੀਆਂ ਵਿੱਚ ਕਿਸੇ ਨੂੰ ਨਹੀਂ ਪੁਕਾਰਿਆ ਹੋਣਾ। ਇਹ ਆਪਣੀ ਬੱਚੀ ਬਾਰੇ ਉਹ ਗੱਲ ਕਰ ਰਹੇ ਨੇ, ਠੀਕ ਹੈ। 14 ਅਗਸਤ ਦੀ ਸ਼ਾਮ ਸੀ 1974, ਤਰੀਕ ਯਾਦ ਰੱਖਣਾ, ਠੀਕ ਹੈ। ਤਦੇ ਹੀ ਉਹ ਗੱਲ ਕਰ ਰਹੇ ਨੇ ਉੱਪਰ 14-15 ਅਗਸਤ, ਠੀਕ ਹੈ। ਮੈਂ ਪੈਰਿਸ ਵਿੱਚ ਬੈਠੀ ਕੰਮ ਕਰ ਰਹੀ ਸੀ, ਠੀਕ ਹੈ। ਘਰੋਂ ਡੋਲੀ ਯਾਨੀ ਮੇਰੀ ਵੱਡੀ ਧੀ ਅਰਪਨਾ, ਠੀਕ ਹੈ। ਡੋਲੀ ਪਹਿਲਾਂ ਨਾਂ ਰੱਖਦੇ ਜਦੋਂ ਅਰਪਨਾ ਦਾ ਜਨਮ ਹੁੰਦਾ ਹੈ। ਆਪਾਂ ਬਾਅਦ 'ਚੋਂ ਦੂਸਰਾ ਵੀਡੀਓ ਬਣਾਵਾਂਗੇ, ਉਹ 'ਚ ਚਰਚਾ ਕਰਾਂਗੇ ਇਹਨਾਂ ਗੱਲਾਂ ਬਾਰੇ। ਪੈਰਿਸ ਤੋਂ ਕੋਈ ਟੈਲੀਫੋਨ ਆ ਰਿਹਾ ਸੀ ਪਰ ਗੱਲ ਦੀ ਸਮਝ ਨਹੀਂ ਸੀ ਆ ਰਹੀ, ਲਾਈਨ ਕਲੀਅਰ ਨਹੀਂ ਸੀ। ਹੁਣੇ ਫੇਰ ਆਵੇਗਾ, ਤੁਸੀਂ ਛੇਤੀ ਘਰ ਆ ਜਾਓ। ਪੈਰਿਸ ਤੋਂ ਟੈਲੀਫੋਨ ਕਿਉਂ? ਮੈਂ ਕੰਮ ਦੇ ਹੱਥਾਂ ਨਾਲ ਕਾਗਜ਼ ਫਾਈਲ ਵਿੱਚ ਤੁੰਨੇ ਅਤੇ ਮੋਟਰ ਵਿੱਚ ਬਹਿ ਗਈ। ਘਰ ਛੇਤੀ। ਕੈਂਡੀ ਮੇਰੀ ਨਿੱਕੀ ਧੀ 1.5 ਮਹੀਨਾ ਪਹਿਲਾਂ ਫਰਾਂਸ ਗਈ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਫਰੈਂਚ ਦਾ MA ਕਰ ਰਹੀ ਸੀ। ਅਜੇ ਪਹਿਲੇ ਸਾਲ ਦਾ ਇਮਤਿਹਾਨ ਹੋਇਆ ਤਾਂ ਆਪਣੀ ਕਲਾਸ ਨੂੰ ਟੌਪ ਕੀਤਾ। 200 ਮਹੀਨੇ ਦਾ ਸਕਾਲਰਸ਼ਿਪ ਮਿਲਿਆ ਫਰਾਂਸ ਜਾ ਕੇ ਕੋਈ ਕੋਰਸ ਕਰਨ ਲਈ ਜਾਂ ਆਪੇ ਰਿਸਰਚ ਕਰਕੇ ਫਰਾਂਸ ਬਾਰੇ ਕੋਈ ਥੀਸਿਸ ਲਿਖਣ ਲਈ, ਠੀਕ ਹੈ। ਇਹਨਾਂ ਦੇ ਬੱਚੀ ਜਾਂਦੀ ਹੈਗੀ ਆ ਉੱਥੇ ਫਰਾਂਸ ਦੇ ਵਿੱਚ। ਉਹਨੇ ਥੀਸਿਸ ਲਿਖਣਾ ਚੁਣਿਆ ਸੀ, ਇਸ ਕਰਕੇ ਉਹ ਸਾਰੇ ਫਰਾਂਸ ਵਿੱਚ ਘੁੰਮ ਰਹੀ ਸੀ। ਤਕਰੀਬਨ ਰੋਜ਼ ਉਹਦਾ ਖੱਤ ਆਉਂਦਾ ਸੀ। ਅਜੇ ਕੱਲ੍ਹ ਹੀ ਤਾਂ ਖੱਤ ਆਇਆ ਸੀ, ਲੰਮਾ ਖੱਤ। ਵਿਸ਼ੀ ਤੋਂ ਕਈ ਥਾਵਾਂ ਤੋਂ ਆਰਟ ਗੈਲਰੀਆਂ, ਮਿਊਜ਼ੀਅਮ ਅਤੇ ਗਿਰਜੇ ਵੇਖਦੀ ਉਹ ਵਿਸ਼ੀ ਪਹੁੰਚੀ ਸੀ। ਇੱਥੇ ਸਿਹਤ ਬਖਸ਼
ਪਾਣੀ ਦੇ ਚਸ਼ਮੇ ਸਨ ਅਤੇ ਸਿਰਫ ਫਰਾਂਸ ਤੋਂ ਹੀ ਨਹੀਂ ਸਾਰੇ ਯੂਰਪ ਤੋਂ ਲੋਕ ਉਹਨਾਂ ਚਸ਼ਮਿਆਂ ਦਾ ਪਾਣੀ ਪੀਣ ਅਤੇ ਨਹਾਉਣ ਉੱਥੇ ਆਉਂਦੇ ਸਨ ਸਿਹਤਯਾਬ ਹੋਣ ਲਈ। ਫਿਰ ਇੱਦਾਂ ਇਹ ਫੋਨ ਉਡੀਕਦੇ ਰਹਿੰਦੇ ਆ, ਠੀਕ ਹੈ, ਵੀ ਪੈਰਿਸ ਤੋਂ ਕਾਹਤੋਂ ਫੋਨ ਆਇਆ। ਅਜੀਤ ਕੌਰ ਜੀ ਸੋਚਦੇ ਹਨ, ਦੀ ਬੇਟੀ ਵੀ ਅਰਪਨਾ ਵੀ ਸੋਚਦੀ ਹੈ, ਦੋਨੋਂ ਮਾਵਾਂ ਧੀਆਂ ਕਾਫੀ ਦੁਵਿਧਾ ਦੇ ਵਿੱਚ ਫਸੀਆਂ ਰਹਿੰਦੀਆਂ ਨੇ। ਤਾਂ ਫਿਰ ਅੱਗੇ ਦੇਖੋ ਕੀ ਹੈ, ਕਾਫੀ ਉਹਨਾਂ ਨੇ ਇੰਤਜ਼ਾਰ ਕੀਤਾ, ਠੀਕ ਹੈ। ਕੱਜਣ ਜਿਹੜਾ ਇਸ ਮੁੰਡੇ ਦਾ ਉੱਧਰੋਂ ਫੋਨ ਆਇਆ ਸੀਗਾ, ਉਹਦੇ ਬਾਰੇ ਦੱਸ ਰਹੇ ਨੇ ਉਹ। ਕੱਜਣ ਯਾਨੀ ਸਾਡੇ ਗੁਆਂਢੀਆਂ ਦਾ ਪੁੱਤਰ ਹੈ। ਕੈਂਡੀ ਸੀਨੀਅਰ ਕੈਂਬਰਿਜ ਕਰ ਚੁੱਕੀ ਸੀ। ਕੱਜਣ ਕਿਸੇ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਅਸੀਂ ਇਸ ਗ੍ਰੇਟਰ ਕੈਲਾਸ਼ ਵਾਲੇ ਘਰ ਵਿੱਚ ਆਏ ਸਾਂ। ਉਹ ਉੱਤੇ ਰਹਿੰਦੇ ਸਨ ਅਤੇ ਅਸੀਂ ਥੱਲੇ। ਮਕਾਨ ਨਵਾਂ ਬਣਿਆ ਸੀ, ਇਸ ਕਰਕੇ ਅਸੀਂ ਦੋਵੇਂ ਕਿਰਾਏਦਾਰ ਤਕਰੀਬਨ 2 ਹਫ਼ਤੇ ਦੀ ਵਿੱਤ 'ਤੇ ਹੀ ਇਸ ਮਕਾਨ ਵਿੱਚ ਆਏ ਸਾਂ। ਅਸੀਂ ਪਹਿਲਾਂ ਆਏ ਸਾਂ ਹੇਠਲੇ ਪੋਰਸ਼ਨ ਵਿੱਚ, ਉਹ ਮਗਰੋਂ ਆਏ ਸਨ, ਇਸ ਕਰਕੇ ਉਹਨਾਂ ਦਾ ਸਮਾਨ ਉੱਤੇ ਚੜ੍ਹਾਉਣ ਦੀ ਅਤੇ ਪਹਿਲੇ 1-2 ਦਿਨ ਦੀ ਉਹਨਾਂ ਨੂੰ ਰੋਟੀ ਪਾਣੀ ਪੁੱਛਣ ਦੀ ਜ਼ਿੰਮੇਵਾਰੀ ਸਾਡੀ ਬਣਦੀ ਸੀ, ਸਾਡੀ ਯਾਨੀ ਮੇਰੀ ਅਤੇ ਮੇਰੀਆਂ ਦੋਵਾਂ ਧੀਆਂ ਦੀ। ਇਸ ਕਰਕੇ ਇਹ ਵਾਕਫੀਅਤ ਸ਼ੁਰੂ ਤੋਂ ਹੀ ਬੜੇ ਚੰਗੇ ਰਿਸ਼ਤੇ ਵਿੱਚ ਬਦਲ ਗਈ, ਠੀਕ ਹੈ। ਪਰ ਉਹ ਜਿਹੜੇ ਲੋਕ ਸੀਗੇ, ਜਿਹੜੇ ਉਹਨਾਂ ਦੇ ਉੱਪਰਲੇ ਪੋਰਸ਼ਨ ਵਿੱਚ ਰਹਿੰਦੇ ਸੀ ਮਕਾਨ ਦੇ, ਉਹ ਮਤਲਬ ਹੋਰ ਹਿਸਾਬ ਦੇ ਸੀਗੇ। ਅੱਧੀ ਰਾਤੀ ਤੱਕ ਗਾਣੇ ਸੁਣਨੇ, ਮਤਲਬ ਇਸ ਤਰ੍ਹਾਂ ਸਿਗਰਟਾਂ ਪੀਣੀਆਂ, ਠੀਕ ਹੈ, ਪਾਨ ਖਾਣੇ, ਇਸ ਤਰ੍ਹਾਂ ਦੇ ਕੰਮ ਕਰਦੇ ਸੀਗੇ ਉਹ। ਆ ਦੇਖੋ ਅਜੀਤ ਕੌਰ ਜੀ ਦੱਸ ਵੀ ਰਹੇ ਆ, ਠੀਕ ਹੈ ਨਾ। ਕਾਫੀ ਅਜੀਤ ਕੌਰ ਜਦੋਂ ਉੱਪਰ ਖੜਕਾ ਹੁੰਦਾ ਸੀ ਤਾਂ ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਸੀਗੀ, ਸਮੱਸਿਆ ਆਉਂਦੀ ਸੀਗੀ, ਠੀਕ ਹੈ। ਅਤੇ ਭਾਂਡਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ, ਉੱਚੀ ਉੱਚੀ ਗੱਲਾਂ ਕਰਦੇ ਹੁੰਦੇ ਸੀਗੇ ਉੱਪਰ, ਠੀਕ ਹੈ ਨਾ। ਕਈ ਵਾਰ ਮੈਂ ਘਬਰਾ ਕੇ ਬਾਹਰ ਨਿਕਲ ਜਾਂਦੀ। ਘਰ ਦੇ ਤਕਰੀਬਨ ਸਾਰੇ ਹੀ ਸਾਹਮਣੇ ਇੱਕ ਪਾਰਕ ਸੀ, ਉਸ ਵਿੱਚ ਜਾ ਖਲੋਂਦੀ। ਆਲੇ ਦੁਆਲੇ ਦੇ ਸਾਰੇ ਘਰ ਸ਼ਾਂਤ, ਹਨੇਰੇ ਵਿੱਚ ਅਣਜਾਣ ਬੱਚਿਆਂ ਵਾਂਗ ਸੌਂ ਰਹੇ ਹੁੰਦੇ। ਸਿਰਫ ਇੱਕ ਸਾਡੇ ਘਰ ਦੇ ਉਤਲੇ ਹਿੱਸੇ ਵਿੱਚੋਂ ਅੰਤਾਂ ਦਾ ਸ਼ੋਰ, ਗਲਾਸਾਂ ਦੀ ਭੰਡ ਦੀ ਆਵਾਜ਼, ਪੈਰਾਂ ਦੀ ਗੜਗੜਾਹਟ ਅਤੇ ਰੌਸ਼ਨੀ ਉਲੜ ਕੇ ਸਾਹਮਣੇ ਨਿਕਲ ਰਹੇ ਹੁੰਦੇ। ਕਹੀ ਬਦਕਿਸਮਤੀ ਹੈ, ਮੈਂ ਸੋਚਦੀ, ਠੀਕ ਹੈ। ਲੌਨ ਜਿਹੜਾ ਸਵੇਰ ਨੂੰ ਉਹਨਾਂ ਦਾ ਜਿਹੜਾ ਲੌਨ ਸੀਗਾ ਉਹ ਸਾਰਾ ਭਰਿਆ ਹੁੰਦਾ ਸੀ, ਕਿਤੇ ਸਿਗਰਟ ਡਿੱਗੀ ਹੁੰਦੀ ਸੀ, ਕੱਚ ਦੇ ਗਲਾਸ ਦੇ ਟੋਟੇ ਪਏ ਹੁੰਦੇ ਸੀਗੇ, ਖਲਾਰਾ ਜਿਹਾ ਪਾਇਆ ਹੁੰਦਾ ਸੀ ਇੱਦਾਂ, ਠੀਕ ਹੈ। ਅਤੇ ਉਹ ਦੱਸਦੇ ਆ ਇਹਦੇ ਵਿੱਚ ਆਪਣਾ। ਉਸ ਤੋਂ ਬਾਅਦ ਉਹ ਆਪਣੇ ਨਾਲ ਉਹਨਾਂ ਦੇ ਹੋਰ ਵੀ ਜਿੱਦਾਂ ਜਾਣਕਾਰ ਸੀਗੇ, ਸੁਰਿੰਦਰ ਅਤੇ ਬਿਮਲਾ, ਉਹਨਾਂ ਦੇ ਨਾਲ ਗੱਲ ਵੀ ਕਰਦੇ ਵੀ ਤੁਸੀਂ ਉੱਪਰਲੇ ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਸਮਝਾਓ। ਪਰ ਆਖਰ ਅਜੀਤ ਕੌਰ ਜੀ ਕੀ ਦੱਸਦੇ ਨੇ, ਆਖਰ ਆਦਮੀ ਨਾਲ ਇਸ ਤਰ੍ਹਾਂ ਦੇ ਝਗੜੇ ਵਾਲੀ ਗੱਲ ਆਦਮੀ ਹੀ ਕਰ ਸਕਦਾ ਹੈ, ਪਰ ਪਰਾਏ ਝਗੜੇ ਵਿੱਚ ਕੋਈ ਹੱਥ ਨਹੀਂ ਪਾਉਣਾ ਚਾਹੁੰਦਾ, ਠੀਕ ਹੈ। ਅਤੇ ਇਹਨਾਂ ਅੰਤਾਂ ਦੇ ਸ਼ੋਰ ਵਾਲੇ ਘਰ ਵਿੱਚ ਇੱਕ ਖਾਮੋਸ਼ ਅਤੇ ਬਿਲਕੁਲ ਹੋਰ ਤਰ੍ਹਾਂ ਦਾ ਮੁੰਡਾ ਸੀ, ਕੱਜਣ। ਕੈਂਡੀ ਅਤੇ ਉਹ ਰਲ ਕੇ ਕੀ ਕਰਦੇ ਹੁੰਦੇ ਸੀ, ਕਿਤਾਬਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ, ਮਿਊਜ਼ਿਕ ਸੁਣਦੇ ਹੁੰਦੇ ਸੀਗੇ, ਸੈਰ ਕਰਦੇ ਹੁੰਦੇ ਸੀ। ਸੈਰ ਕਰਦੇ ਉਤਲੇ ਘਰ ਵਿੱਚ, ਕਿਉਂਕਿ ਕਿਤਾਬਾਂ ਲਈ, ਸੰਗੀਤ ਲਈ ਕੋਈ ਥਾਂ ਨਹੀਂ ਸੀ, ਇਸ ਕਰਕੇ ਕੱਜਣ ਨੂੰ ਵੀ ਜਿਵੇਂ ਸਾਡੇ ਘਰ ਵਿੱਚ ਪਨਾਹ ਵਰਗਾ ਅਹਿਸਾਸ ਹੁੰਦਾ ਸੀ। ਜਦੋਂ ਵੀ ਦੋਵੇਂ ਰਲ ਕੇ ਬੈਠਦੇ ਹੇਠਲੇ ਕਿਤਾਬਾਂ ਨਾਲ ਅਤੇ ਰਿਕਾਰਡਾਂ ਨਾਲ ਭਰੇ ਹੋਏ ਘਰ ਵਿੱਚ ਹੀ, ਜਾਨੀ ਸਾਡੇ ਘਰ। ਕੱਜਣ ਕਹਿੰਦਾ, ਉਸ ਹੀਰਿਆਂ ਵਾਲੇ ਪੈਸੇ ਨਾਲ ਮੇਰਾ ਕੋਈ ਵਾਸਤਾ ਨਹੀਂ, ਮੈਂ ਤਾਂ ਕੁਝ ਹੋਰ ਕਰਾਂਗਾ, ਆਪਣੇ ਪੈਰਾਂ 'ਤੇ ਖੜੋਵਾਂਗਾ ਅਤੇ ਆਪਣੇ ਆਪ ਨੂੰ ਕੈਂਡੀ ਤੇਰੀ ਦੋਸਤੀ ਦੇ ਕਾਬਲ ਬਣਾਵਾਂਗਾ। ਅਤੇ 2 ਵਰ੍ਹਿਆਂ ਦੀ ਅਲੂਈ ਪਰ ਬਹੁਤ ਗਹਿਰੀ ਦੋਸਤੀ ਤੋਂ ਮਗਰੋਂ ਕੱਜਣ ਫਰਾਂਸ ਚਲਾ ਗਿਆ, ਕੈਂਡੀ ਦੀ ਦੋਸਤੀ ਦੇ ਕਾਬਲ ਬਣਨ ਲਈ। ਕੈਂਡੀ ਕੁੜੀ ਹੀ ਇਹੋ ਜਿਹੀ ਸੀ, ਉਹਦੀ ਦੋਸਤੀ ਦੇ ਕਾਬਲ ਬਣਨ ਲਈ ਮੈਂ ਵੀ ਉਚੇਚੀ ਕੋਸ਼ਿਸ਼ ਕਰਨੀ ਪੈਂਦੀ ਸੀ ਮੈਨੂੰ ਵੀ। ਕਈ ਕਿਤਾਬਾਂ ਅਜਿਹੀਆਂ ਸਨ ਜਿਹੜੀਆਂ ਪਹਿਲੋਂ ਉਹਨੇ ਪੜ੍ਹੀਆਂ ਅਤੇ ਫਿਰ ਮੈਨੂੰ ਪੜ੍ਹਾਈਆਂ, ਅਤੇ ਫਿਰ ਅਰਪਨਾ ਅਤੇ ਮੈਂ ਉਹ ਤਿੰਨੋਂ ਬਹਿ ਕੇ ਉਹਨਾਂ ਬਾਰੇ ਗੱਲਾਂ ਕਰਦੇ ਸਾਂ, ਠੀਕ ਹੈ ਜੀ। ਇਸ ਤਰ੍ਹਾਂ ਬਾਅਦ ਵਿੱਚ ਕੱਜਣ ਦਾ ਫੋਨ ਆਉਂਦਾ ਆ ਪੈਰਿਸ ਤੋਂ, ਤਾਂ ਉਹ ਦੱਸਦਾ ਆ ਕਿ ਉਹ ਗੱਲਬਾਤ ਹੁੰਦੀ ਹੈ ਉਹਨਾਂ ਦੇ ਨਾਲ, ਅਜੀਤ ਕੌਰ ਜੀ ਦੇ ਨਾਲ। ਆਹ ਦੇਖੋ ਕੀ ਗੱਲਬਾਤ ਹੁੰਦੀ ਹੈ। ਉਹ ਕਹਿੰਦੇ ਆ ਕਿ ਉਹ ਫਿਰ ਦੱਸਦੇ ਆ ਕਿ ਕੈਂਡੀ ਜਲ ਗਈ ਥੀ, ਠੀਕ ਹੈ। कब मेरे पैरों हेठली ज़मीन कांप रही सी। नहीं आंटी, कोई घबराने की बात नहीं है, कब ठीक हो रही है, अब ठीक हो रही है। पर जली कब? 12 तारीख को। 12 तारीख से मुझे क्यों नहीं बताया? मैं रोन हाकी मैं रोन हाकी हो रही सी। उसने कहा था बताना नहीं, बोली अम्मी फिक्र करेगी इसलिए। कहाँ है वो? अस्पताल में। घबराना नहीं मम्मी, बिल्कुल ठीक है, वो ठीक हो रही है। मुझे बुलाने के लिए फ़ोन कर रहे हो ना तुम? मेरी उब निकल गई। अगर आपका मन हो तो आ जाइए, वैसे वो ठीक हो रही है। कहाँ पर है? कहाँ पर? विशी में? नहीं, वो मैं लियो से बोल रहा हूँ, हम उसको यहाँ ले आए थे तो ज़रूर ज़्यादा कुछ होगा ना बेटे, नहीं तो दूसरे शहर में क्यों लाते? यहाँ एक स्पेशल अस्पताल है, यहाँ जल जाने वालों के लिए इलाज के लिए, इसलिए मैं आती हूँ, उसको कह दो मैं आ रही हूँ, ठीक है। इस तरह फिर उन्होंने अजीत कौर जी फिर विदेश जाते हैं अपनी बच्ची को लियो, ठीक है।
ਤੇ ਸਾਰੇ ਰਸਤੇ ਵਿੱਚ ਜੀ ਜੋ ਉਹਨਾਂ ਦੀ ਸਥਿਤੀ ਵਾਪਰਦੀ ਹੈ, ਠੀਕ ਹੈ। ਆ ਦੇਖੋ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ, ਦੇਖੋ ਜਾਣ ਲੱਗਿਆ ਪਤਾ ਨਹੀਂ ਕਿਸ ਤਰ੍ਹਾਂ ਮੈਂ ਸੁਖਮਨੀ ਸਾਹਿਬ ਦਾ ਗੁਟਕਾ ਨਾਲ ਹੀ ਰੱਖ ਲਿਆ। ਬਹੁਤਾ ਦੇਰ ਤੋਂ ਮੇਰਾ ਰਿਸ਼ਤਾ ਰੱਬ ਨਾਲ ਕੁਝ ਉਸ ਤਰ੍ਹਾਂ ਖਾਮੋਸ਼ ਸੀ, ਜਿਵੇਂ ਟੀਵੀ ਖਾਵਣ ਨੂੰ ਨਾਲ ਰਹਿੰਦਿਆਂ ਜਦੋਂ ਵਰਿਆਂ ਦੇ ਵਰੇ ਗੁਜ਼ਰ ਜਾਣ ਤਾਂ ਮੈਂ ਖਾਮੋਸ਼ੀ ਹੀ ਸਾਥ ਬਣ ਜਾਂਦੀ ਹੈ। ਜੇ ਕਦੇ ਕੁਝ ਚੰਗਾ ਵਾਪਰ ਗਿਆ ਜ਼ਿੰਦਗੀ ਵਿੱਚ ਤਾਂ ਉਹਦੇ ਵੱਲ ਟੱਕ ਕੇ ਸ਼ੁਕਰਾਨੇ ਵਿੱਚ ਨਜ਼ਰ ਝੁਕਾ ਦਿੱਤੀਆਂ। ਅਤੇ ਜਿਸ ਤਰ੍ਹਾਂ ਆਮ ਹੁੰਦਾ ਹੀ ਰਹਿੰਦਾ ਹੈ, ਖੁਆਬ ਵਾਪਰ ਗਿਆ ਅਤੇ ਉਹਦੇ ਨਾਲ ਰੁੱਸ ਗਏ। ਜੇ ਤੈਨੂੰ ਮੇਰਾ ਖਿਆਲ ਨਹੀਂ ਤਾਂ ਜਾ, ਮੈਂ ਨਹੀਂ ਬੋਲਦੀ ਤੇਰੇ ਨਾਲ, ਠੀਕ ਹੈ। ਇਹ ਰੱਬ ਜੀ ਦੇ ਨਾਲ ਸ਼ਿਕਵੇ ਕਰਨ ਵੀ ਜੇ ਤੈਨੂੰ ਮੇਰਾ ਖਿਆਲ ਨਹੀਂ ਤਾਂ ਜਾ, ਮੈਂ ਨਹੀਂ ਬੋਲਦੀ ਤੇਰੇ ਨਾਲ। ਪਰ ਜ਼ਿੰਦਗੀ ਵਿੱਚ ਵੀ ਉਟ ਪਟਾਂਗ ਵਾਪਰਦਿਆਂ ਅੱਜ ਤੱਕ ਕਦੇ ਇਸੇ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਸੀ ਕਿ ਜ਼ਮੀਨ ਹੱਥ 'ਚ ਓਲੇ ਖਾਣ ਲੱਗ ਪਵੇ ਅਤੇ ਖੜੋਤਿਆਂ ਰਹਿਣ ਲਈ ਕਿਸੇ ਰੁੱਖ ਜਾਂ ਢੱਠੀ ਹੋਈ ਕੰਧ ਜਾਂ ਸਿਰਫ ਹਵਾ ਦਾ ਸਹਾਰਾ ਲੈਣ ਲਈ ਹੱਥ ਇੰਝ ਸਾਹਮਣੇ ਉਲਰ ਜਾਵੇ ਬੇਬਸੀ ਵਿੱਚ, ਠੀਕ ਹੈ। ਇਸ ਤਰ੍ਹਾਂ ਦੀ ਇਹ ਕੰਡੀਸ਼ਨ ਸੀ, ਉਹਨਾਂ ਦੀ ਸਥਿਤੀ ਸੀ, ਬੇਬਸੀ ਜਿਹੀ ਬੇਬਸੀ, ਬਦਹਵਾਸ, ਜਿਵੇਂ ਸਾਹ ਸੰਘ ਵਿੱਚ ਹੀ ਰੁਕ ਗਿਆ ਹੋਵੇ, ਠੀਕ ਹੈ। ਇਸ ਤੋਂ ਬਾਅਦ ਅੱਗੇ ਜਦੋਂ ਰਾਤੀ ਏਅਰ ਫਰਾਂਸ ਦੀ ਫਲਾਈਟ 'ਤੇ ਚੜ੍ਹੀ ਸੀ ਤਾਂ 27 ਮਈ ਨੂੰ ਉਹ ਦਿਨ ਚੇਤੇ ਆਉਂਦਾ ਹੈ, ਉਹ ਵੇਲਾ ਜਦੋਂ ਉਸਨੇ ਕਾਲਾ ਸੂਟ ਪਾਇਆ ਸੀ। ਕਾਲਾ ਸੂਟ ਜਾਣ ਲੱਗਿਆ ਕਿਉਂ ਪਾ ਬੈਠੀ ਹੈ, ਮੇਰੀ ਗੁਆਂਢਣ ਨੇ ਨਾਗਵਾਰੀ ਨਾਲ ਪੁੱਛਿਆ। ਪਤਾ ਨਹੀਂ, ਕੱਲ੍ਹ ਉਚੇਚਾ ਜਾ ਕੇ ਕਾਲਾ ਕੱਪੜਾ ਲਿਆਈ ਹੈ, ਦਰਜੀ ਕੋਲ ਅਰਜੈਂਟ ਸਵਾਇਆ ਹੈ, ਅੱਜ ਸਵੇਰੇ ਮੇਰੇ ਨਾਲ ਬਾਜ਼ਾਰ ਗਈ ਸੀ, ਮਸਾ ਲੱਭ ਕੇ ਇਹ ਪੀਲਾ ਲਾਲ ਰਾਜਸਥਾਨੀ ਦੁਪੱਟਾ ਲੱਭਿਆ ਹੈ। ਮੈਂ ਹੱਸ ਕੇ ਕਿਹਾ, ਸੋਹਣੀ ਲੱਗ ਰਹੀ ਹੈ ਨਾ। ਮੈਂ ਅਰਪਣਾ ਕੋਲੋਂ ਪੁੱਛਿਆ, ਉਹ ਤਾਂ ਹੈ ਹੀ ਸੋਹਣੀ। ਅਰਪਣਾ ਨੂੰ ਬਹੁਤ ਪਿਆਰ ਕਰਦੀ ਸੀ, ਪਰ ਕਿਸੇ ਵੇਲੇ ਉਹਦੀ ਤਾਰੀਫ ਸੁਣ ਹੋਈ ਹੀ ਜਾਵੇ ਤਾਂ ਨਿੱਕਾ ਜਿਹਾ ਰੋਸ ਵੀ ਵਿਖਾਉਂਦੀ ਸੀ, ਠੀਕ ਹੈ। ਇਸ ਤਰ੍ਹਾਂ ਜਦੋਂ ਦੱਸਦੇ ਆ ਵੀ ਕਿਸ ਤਰ੍ਹਾਂ ਉਹਨੂੰ ਤਿਆਰੀ ਸੀਗੀ, ਚਾਅ ਦੇ ਨਾਲ ਬਾਹਰ ਗਏ ਆ ਵਿਦੇਸ਼, ਠੀਕ ਹੈ। ਗੱਲੇ ਬਹਾਨੇ ਉਹ ਮੈਨੂੰ ਜੱਫੀਆਂ ਪਾਉਂਦੀ ਰਹਿੰਦੀ ਸੀ, ਮੇਰਾ ਮੂੰਹ ਚੁੰਮਦੀ ਰਹਿੰਦੀ ਸੀ। ਰਤਾ ਵੀ ਉਦਾਸ ਹੋਵੇ ਤਾਂ ਚੁੱਪਚਾਪ ਰਾਤੀ ਆ ਕੇ ਮੇਰੇ ਨਾਲ ਗੱਲ ਲੱਗ ਕੇ ਲੇਟ ਜਾਂਦੀ। ਮੈਨੂੰ ਨੀਂਦ ਨਹੀਂ ਆ ਰਹੀ, ਮੈਂ ਤੁਹਾਡੇ ਕੋਲ ਲੇਟ ਜਾਵਾਂ ਅਤੇ ਮੈਨੂੰ ਪਤਾ ਹੁੰਦਾ ਸੀ ਕਿ ਆਪਣੀ ਨੀਂਦਰ ਕਰਕੇ ਨਹੀਂ, ਸਿਰਫ ਮੇਰੇ ਨੀਂਦਰੇ ਕਰਕੇ ਗੱਲ ਲੱਗ ਕੇ ਸੌਂ ਗਈ ਹੈ, ਠੀਕ ਹੈ। ਉਹਦਾ ਜਾਣਾ ਵੀ ਅਜੀਬ ਸੀਗਾ, ਮਤਲਬ ਉਹ ਦੱਸਦੇ ਆ ਕਿ ਬਾਹਰ ਦਾ ਆਫਰ ਮਿਲਣ ਦੇ ਬਾਵਜੂਦ ਵੀ ਉਹ ਡਿਲੇ ਕਰ ਰਹੇ ਸੀ, ਆਪਣੀ ਮਾਂ ਨੂੰ ਛੱਡ ਕੇ ਜਾਣਾ ਵੀ ਨਹੀਂ ਸੀ ਚਾਹੁੰਦੇ, ਠੀਕ ਹੈ। ਫਿਰ ਉਹ ਆਖਰੀ 28 ਤਰੀਕ ਨੂੰ ਕਹਿੰਦੇ ਮੈਂ ਚਲੇ ਜਾਵਾਂਗੀ, ਠੀਕ ਹੈ। ਅੱਗੇ ਫਿਰ ਦੱਸਦੇ ਨੇ, ਫਿਰ ਅਜੀਤ ਕੌਰ ਜੀ ਨੇ ਸੋਚਾਂ ਵਿਚਾਰਾਂ ਦੇ ਵਿੱਚ ਜਿਹੜਾ ਆ ਪਹੁੰਚਦੇ ਨੇ ਲਿਓ ਦੇ ਵਿੱਚ, ਠੀਕ ਹੈ। ਫਲਾਈਟ ਵਿੱਚ ਹਾਲੇ 2 ਘੰਟੇ ਬਾਕੀ ਸਨ। ਮੈਂ ਬੈਂਚ 'ਤੇ ਬੈਠੀ ਸਾਂ, ਲੱਤਾਂ ਵਿੱਚ ਖੜੋਤ ਦੀ ਹਿੰਮਤ ਨਹੀਂ ਸੀ, ਪਰ ਮਨ ਸੀ ਕਿਸ ਕਰਪਟ ਪਾਗਲ ਜਾਨਵਰ ਵਾਂਗੂ ਦੌੜ ਰਿਹਾ ਸੀ ਇੱਧਰ ਉੱਧਰ। ਪਰ ਉਸ ਜੰਗਲ ਵਿੱਚੋਂ ਬਾਹਰ ਨਿਕਲਦਾ ਕੋਈ ਰਸਤਾ ਨਹੀਂ ਸੀ ਲੱਗਾ। ਜਿਸ ਜੰਗਲ ਵਿੱਚ ਮਨ ਬਦਹਵਾਸ ਪਾਗਲਪਨ ਵਿੱਚ ਦੌੜ ਰਿਹਾ ਸੀ, ਉਸ ਜੰਗਲ ਨੂੰ ਵੀ ਅੱਗ ਲੱਗੀ ਹੋਈ ਸੀ ਅਤੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ, ਠੀਕ ਹੈ। ਬਾਅਦ ਵਿੱਚ ਉਹਨਾਂ ਨੂੰ ਕੱਜਣ ਲੈਣ ਆਉਂਦਾ ਆ, ਠੀਕ ਹੈ। ਕੱਜਣ ਝੁੱਕ ਕੇ ਮੇਰੇ ਪੈਰਾਂ ਨੂੰ ਹੱਥ ਲਾਇਆ। ਇਹ ਦਿਲਾਵਰੀ ਸਾਹਿਬ ਨੇ। ਕੈਂਡੀ ਦਾ ਕੀ ਹਾਲ ਹੈ? ਵਾਹਿਗੁਰੂ ਠੀਕ ਕਰਨਗੇ, ਦਿਲਾਵਰੀ ਨੇ ਕਿਹਾ। ਕੋਈ ਖਤਰਾ ਤਾਂ ਨਹੀਂ? ਵਾਹਿਗੁਰੂ ਅੱਗੇ ਅਰਦਾਸ ਕਰੋ। ਉਹ ਮੇਰਾ ਛੋਟਾ ਜਿਹਾ ਬਕਸਾ ਆਪਣੇ ਹੱਥ ਵਿੱਚ ਲੈਂਦੇ ਹੋਏ ਬੋਲੇ। ਮੇਰੀ ਲੱਤਾਂ ਵਿੱਚੋਂ ਜਿਵੇਂ ਜਾਨ ਨਿਕਲ ਗਈ। ਕੱਜਣ ਦੀ ਬਾਹ ਦਾ ਸਹਾਰਾ ਲੈ ਕੇ ਮੈਂ ਸਿਰ ਉਹਦੇ ਮੋਢੇ 'ਤੇ ਰੱਖ ਦਿੱਤਾ। ਸਾਰੇ ਰਾਹ ਦਾ ਡੱਕਿਆ ਰੋਣ ਜਿਵੇਂ ਛਾਤੀ ਪਾੜ ਕੇ ਵਹਿ ਤੁਰਿਆ। ਵਾਹਿਗੁਰੂ ਆਖੋ ਜੀ, ਮੈਨੂੰ ਤਸੱਲੀ ਦੇ ਰਹੇ ਸਨ। ਦਿਲਾਵਰੀ ਸਾਹਿਬ ਮੈਨੂੰ ਤਸੱਲੀ ਦੇ ਰਹੇ ਸਨ। ਪਹਿਲਾਂ ਹੀ ਸਮਾਨ ਰੱਖ ਲਈਏ? ਨਹੀਂ, ਪਹਿਲਾਂ ਮੈਨੂੰ ਮੇਰੀ ਧੀ ਕੋਲ ਲੈ ਚੱਲੋ, ਠੀਕ ਹੈ। ਫਿਰ ਇਹ ਹਸਪਤਾਲ ਜਾਂਦੇ ਆ। ਹਸਪਤਾਲ ਦਾ ਜ਼ਿਕਰ ਦੱਸਦੇ ਆ ਵੀ ਉਹ ਕਿਸ ਤਰ੍ਹਾਂ ਦਾ ਹਸਪਤਾਲ ਸੀਗਾ, ਠੀਕ ਹੈ। ਅੱਧਾ ਕੁ ਘੰਟਾ ਬੀਤ ਗਿਆ, ਕੋਈ ਦਰਵਾਜ਼ਾ ਹੀ ਨਹੀਂ ਖੁੱਲ੍ਹਿਆ। ਕੱਜਣ ਨੇ ਫਿਰ ਫੋਨ 'ਤੇ ਗੱਲਬਾਤ ਕੀਤੀ ਫਰੈਂਚ ਦੇ ਵਿੱਚ, ਠੀਕ ਹੈ। ਜਿਵੇਂ ਤਰਲੇ ਕਰ ਰਿਹਾ ਹੋਵੇ। ਇੱਕ ਹੀ ਲਫ਼ਜ਼ ਬਾਰ-ਬਾਰ ਦੁਹਰਾਉਂਦਾ ਸੀ ਜਿਹੜਾ ਰਤਾ ਕੋ ਸਮਝ ਆਉਂਦਾ ਸੀ, ਮਰਸੀ, ਠੀਕ ਹੈ। ਫਿਰ ਡਾਕਟਰ ਚੁੱਪ-ਚਾਪ ਸੁਣਦਾ ਰਿਹਾ। ਮਤਲਬ ਉਹ ਕੱਜਣ ਨੇ ਕਾਫੀ ਰਿਕੁਐਸਟ ਕੀਤੀ ਵੀ ਇਹਨਾਂ ਦੇ ਮੰਮਾ ਆਏ ਆ, ਇਹਨਾਂ ਨੂੰ ਮਿਲ ਲੈਣ ਦਿਓ। ਕੁਝ ਨਹੀਂ ਬੋਲਿਆ। ਫਿਰ ਖਿੜਕੀ ਬੰਦ ਕਰਕੇ ਚਲਾ ਗਿਆ। ਇੱਕ ਹੋਰ ਯੁੱਗ ਪਿੱਛੋਂ ਸਾਈਡ ਵਾਲਾ ਦਰਵਾਜ਼ਾ ਖੁੱਲ੍ਹਿਆ। ਕੋਈ ਨਜ਼ਰ ਨਹੀਂ ਆਇਆ, ਸਿਰਫ ਬੂਹਾ ਖੁੱਲ੍ਹਿਆ। ਕੱਜਣ ਨੇ ਮੇਰਾ ਹੱਥ ਫੜ ਕੇ ਮੈਨੂੰ ਉਠਾਇਆ। ਦਿਲਾਵਰੀ, ਮੈਂ ਅਤੇ ਕੱਜਣ ਉਸ ਦਰਵਾਜ਼ੇ ਵਿੱਚੋਂ ਦਾਖਲ ਹੋਏ। ਇਹ ਇੱਕ ਗਲਿਆਰਾ ਸੀ, ਬਰਾਂਡਾ ਸੀ। ਖੱਬੇ ਹੱਥ ਮੋਟੇ ਆਰ-ਪਾਰ ਨਾ ਦਿਸਣ ਵਾਲੇ ਓਪੇਕ ਸ਼ੀਸ਼ੇ ਅਤੇ ਸੱਜੇ ਹੱਥ ਕਮਰਿਆਂ ਦੀਆਂ ਕਤਾਰਾਂ, ਜਿਸ ਨੂੰ ਗਲਿਆਰੇ ਨਾਲੋਂ ਵੱਡੇ ਸ਼ੀਸ਼ਿਆਂ ਵਾਲੀਆਂ ਬਾਰੀਆਂ ਵਾਹ ਕਰਦੀਆਂ ਸਨ ਅਤੇ ਉਹ ਬਾਰੀਆਂ ਕਮਰੇ ਦੇ ਅੰਦਰਲੇ ਪਾਸਿਓਂ ਬੰਦ ਸਨ।
ਠੀਕ ਹੈ। ਫਿਰ ਇਹ ਕੈਂਡੀ ਨੂੰ ਮਿਲਣ ਜਾਂਦੇ ਹੈਗੇ ਆ। ਕੈਂਡੀ, ਮੈਂ ਕਿਹਾ। ਕੱਜਣ ਨੇ ਲੱਕੜ ਦੀ ਦੀਵਾਰ ਦੇ ਨਾਲ ਲੱਗਦੇ ਟੈਲੀਫੋਨ ਦਾ ਰਿਸੀਵਰ ਚੁੱਕ ਕੇ ਮੇਰੇ ਹੱਥ ਫੜਾ ਦਿੱਤਾ। ਮੈਂ ਵੇਖਿਆ ਕੈਂਡੀ ਮੁਸਕਰਾ ਰਹੀ ਸੀ। ਉੱਧਰ ਸਾਹਮਣੇ ਉਹਦੀ ਨਰਸ ਨੇ ਟੈਲੀਫੋਨ ਦਾ ਇੱਕ ਛੋਟਾ ਜਿਹਾ ਰਿਸੀਵਰ ਉਹਦੇ ਕੰਨ ਨਾਲ ਲਾ ਦਿੱਤਾ। ਕੈਂਡਲੋ, ਕੀ ਹਾਲ ਹੈ ਮੇਰੇ ਬੱਚੇ? ਮੈਂ ਤਾਂ ਬਿਲਕੁਲ ਠੀਕ ਆ ਅੰਮੀ, ਤੁਸੀਂ ਕਿਸ ਤਰ੍ਹਾਂ ਆ ਗਏ? ਮੈਨੂੰ ਪਤਾ ਲੱਗ ਗਿਆ ਸੀ ਮੇਰੀ ਧੀ ਬਿਮਾਰ ਹੈ। ਮੈਂ ਦੌੜ ਕੇ ਆ ਗਈ। ਇੱਕ ਮਿੰਟ, ਮੈਂ ਦੌੜ ਕੇ ਆ ਗਈ। ਬੜੀ ਬਹਾਦਰੀ ਨਾਲ ਮੈਂ ਅਥਰੂ ਛੁਪਾ ਰਹੀ ਸਾਂ। ਆਵਾਜ਼ ਵਿੱਚ ਮੁਸਕਰਾਹਟ ਭਰ ਰਹੀ ਸਾਂ। ਆਵਾਜ਼ ਨੂੰ ਦੋਹਾਂ ਹੱਥਾਂ ਨਾਲ ਮੋਢਿਆਂ ਤੋਂ ਫੜ ਕੇ ਲਟਕੜਾਉਂਦੇ ਸੋਚ ਬਚਾ ਰਹੀ ਸਾਂ। ਤੁਹਾਨੂੰ ਕੱਜਣ ਨੇ ਫੋਨ ਕੀਤਾ ਸੀ ਨਾ? ਮੈਂ ਤੇ ਉਹਨੂੰ ਕਿਹਾ ਸੀ ਵੀ ਮੇਰੀ ਅੰਮੀ ਨੂੰ ਫਿਕਰ ਨਾ ਪਾਈ, ਮੈਂ ਤੇ ਹੁਣ ਠੀਕ ਵੀ ਹੋ ਜਾਣਾ ਹੈ। ਮੈਨੂੰ ਪਤਾ ਹੈ ਤੂੰ ਠੀਕ ਹੋ ਜਾਣਾ ਹੈ, ਇਸੇ ਕਰਕੇ ਆਈ ਹਾਂ। ਫਿਰ ਅਸੀਂ ਸੈਰ ਕਰਨ ਜਾਵਾਂਗੇ। ਕਿੱਥੇ? ਉਹ ਮੁਸਕਰਾ ਰਹੀ ਸੀ। ਉਹਦੇ ਆਵਾਜ਼ ਵਿੱਚ ਵਿਸ਼ਵਾਸ ਸੀ, ਉਤਸ਼ਾਹ ਸੀ, ਚਾਹ ਸੀ, ਤਸੱਲੀ ਸੀ। ਮਾਂ ਆ ਗਈ ਹੈ, ਹੁਣ ਸਭ ਠੀਕ ਹੋ ਜਾਵੇਗਾ। ਜਿਹੜੀ ਵੀ ਥਾਂ ਤੈਨੂੰ ਪਸੰਦ ਹੋਵੇ। ਮੈਂ ਤਾਂ ਵਾਪਸ ਆ ਰਹੀ ਹਾਂ। ਰਾਹ ਵਿੱਚ ਗਰੀਸ ਜਾ ਰਹੀ ਸਾਂ। ਵਾਪਸ ਆ ਰਹੀ ਸਾਂ। ਮੇਰੀਆਂ ਆਂਦਰਾਂ ਧੋਈਆਂ ਗਈਆਂ ਸਨ। ਗਰੀਸ ਚੱਲਾਂਗੇ ਫਿਰ? ਨਹੀਂ, ਹੁਣ ਨਹੀਂ ਜਾਣਾ ਗਰੀਸ, ਤਾਂ ਲੰਦਨ ਚੱਲਾਂਗੇ। ਠੀਕ ਹੈ, ਲੰਦਨ ਚੱਲਾਂਗੇ। ਛੇਤੀ ਠੀਕ ਹੋ ਜਾ। ਮੈਂ ਤੇਰੇ ਕੋਲ ਬੈਠੀ ਹਾਂ, ਬਿਲਕੁਲ ਤੇਰੇ ਕੋਲ, ਤੈਨੂੰ ਝੋਲੀ ਵਿੱਚ ਲੈ ਕੇ। ਪਰ ਇਹ ਲੋਕ ਤਾਂ ਤੁਹਾਨੂੰ ਮੇਰੇ ਕੋਲ ਨਹੀਂ ਆਉਣ ਦੇਣਗੇ, ਝੋਲੀ ਵਿੱਚ ਸਿਰ ਨਹੀਂ ਰੱਖਣ ਦੇਣਗੇ। ਉਹ ਉਦਾਸ ਹੋ ਗਈ। ਬਸ ਇੱਕ ਅੱਧਾ ਦਿਨ ਹੀ ਤਾਂ ਗੱਲ ਹੈ। ਫਿਰ ਤੂੰ ਤੇ ਮੈਂ ਜੱਫੀ ਪਾ ਕੇ ਲੇਟਾਂਗੀਆਂ ਸਾਰਾ ਦਿਨ, ਸਾਰੀ ਰਾਤ। ਤੂੰ ਫਟਾਫਟ ਠੀਕ ਹੋ ਜਾਵੇਗੀ। ਪਰ ਲੰਦਨ ਦਾ ਵੀਜ਼ਾ ਸਭ ਬਣਵਾ ਦੇਣਗੇ। ਇਹ ਦਿਲਾਵਰੀ ਸਾਹਿਬ, ਤੂੰ ਫਿਕਰ ਨਾ ਕਰ। ਇਹਨਾਂ ਨੂੰ ਪਤਾ ਹੈ ਕਿਹਨੇ ਫੋਨ ਕੀਤਾ ਸੀ, ਕਮਲ ਬਖਸ਼ੀ ਨੇ। ਉਹ ਮੁਸਕਰਾ ਪਈ। ਤੁਸੀਂ ਮੇਰੇ ਕੋਲ ਹੀ ਰਹੋਗੇ ਨਾ? ਬਿਲਕੁਲ ਕੋਲ, ਮੇਰੀ ਰਾਣੀ ਧੀ। ਮੈਂ ਦਿਨ ਰਾਤ ਇੱਥੇ ਤੇਰੇ ਕੋਲ ਬੈਠੀ ਰਹਾਂਗੀ। ਇੰਨੇ ਚਿਰ ਨੂੰ ਉਹਦੀ ਨਰਸ ਨੇ ਪਤਾ ਨਹੀਂ ਉਹਨੂੰ ਕੀ ਕਿਹਾ। ਉਹ ਉਦਾਸ ਹੋਈ, ਕਹਿਣ ਲੱਗੀ, ਅੰਮੀ ਤੁਸੀਂ ਰੋਟੀ ਖਾਧੀ ਹੈ ਕਿ ਨਹੀਂ? ਜ਼ਰਾ ਕੱਜਣ ਨੂੰ ਫੋਨ ਦਿਓ। ਅਤੇ ਮੈਂ ਫੋਨ ਕੱਜਣ ਦੇ ਹੱਥ ਫੜਾ ਦਿੱਤਾ। ਅਤੇ ਕੱਜਣ ਨੇ ਕਿਹਾ, ਚਲੋ ਅੰਮੀ, ਕੈਂਡੀ ਕਹਿੰਦੀ ਹੈ ਪਹਿਲਾਂ ਮੇਰੀ ਮਾਂ ਨੂੰ ਰੋਟੀ ਖਵਾ ਦਿਓ, ਫਿਰ ਸਵਾ ਦੇ। ਥੱਕੀ ਹੋਈ ਆਈ ਹੈ ਕੈਂਡੀ ਦੂਰੋਂ। ਠੀਕ ਹੈ। ਇਸ ਤਰ੍ਹਾਂ ਉਹ ਰੋਟੀ ਵਗੈਰਾ ਉਹ ਖਾਂਦੇ ਨੇਗੇ। ਅਤੇ ਹਸਪਤਾਲ ਦਾ ਉਹ ਦੱਸਦੇ ਆ ਵੀ ਕਾਨੂੰਨ ਹੈ ਵੀ ਇੱਥੇ ਨਹੀਂ ਰਹਿ ਸਕਦੇ ਤੁਸੀਂ, ਹੈ ਨਾ। ਮੈਂ ਕੈਂਡੀ ਵੱਲ ਤੱਕ ਕੇ ਹੱਥ ਹਿਲਾਇਆ। ਅਸੀਂ ਸਾਰੇ ਤੁਰ ਆਏ ਉੱਥੋਂ। ਦਿਲਾਵਰੀ ਕਹਿਣ ਲੱਗੇ, ਜੇ ਤੁਹਾਡਾ ਜੀਅ ਘਬਰਾਉਂਦਾ ਤਾਂ ਮੈਂ ਵੀ ਉੱਥੇ ਹੀ ਚੱਲਣਾ ਜਿੱਥੇ ਤੁਹਾਡੇ ਰਹਿਣ ਦਾ ਇੰਤਜ਼ਾਮ ਕੱਜਣ ਨੇ ਕੀਤਾ ਹੈ। ਉਂਝ ਮੈਂ ਇੱਕ ਹੋਟਲ ਵਿੱਚ ਠਹਿਰਿਆ ਹੋਇਆ। ਨਹੀਂ, ਕੋਈ ਨਹੀਂ, ਮੈਂ ਕਿਹਾ। ਜੇ ਆਖੋ ਮੈਂ ਚੱਲ ਕੇ ਤੁਹਾਨੂੰ ਪਾਠ ਸੁਣਾਵਾਂਗਾ। ਨਹੀਂ, ਦਿਲ ਨਹੀਂ ਕਰਦਾ। ਕਿਸ ਦਾ ਆਸਰਾ ਹੈ? ਉਸੇ ਦਾ ਆਸਰਾ ਹੈ, ਦਿਲਾਵਰੀ ਨੇ ਹੁੱਕਾ ਭਰ ਕੇ ਕਿਹਾ। ਅਤੇ ਕਿਸ ਅੱਗੇ ਮੇਰਾ ਸਾਰਾ ਵਜੂਦ ਚੁੱਕ ਗਿਆ। ਆਸਰਾ ਦੇਈ ਰੱਖੀ ਖੁਦਾਇਆ, ਇਸ ਵੇਲੇ ਤੇਰੇ ਆਸਰੇ ਦੀ ਬੜੀ ਲੋੜ ਹੈ। ਕੋਈ ਖਤਰਾ ਤਾਂ ਨਹੀਂ ਹੈ ਨਾ? ਮੈਂ ਡਰ ਕੇ ਦਿਲਾਵਰੀ ਨੇ ਪੁੱਛਿਆ। ਵੇਖੋ, ਤੁਸੀਂ ਸਭ ਕੁਝ ਉਹਦੇ ਭਰੋਸੇ 'ਤੇ ਛੱਡ ਸਕਦੇ। ਉਹਨੂੰ ਹੀ ਪਤਾ ਹੈ ਕੀ ਠੀਕ ਹੈ। ਕੀ ਮਤਲਬ? ਇਸ ਵੇਲੇ ਠੀਕ ਤਾਂ ਇੱਕੋ ਹੀ ਗੱਲ ਹੈ, ਉਹ ਰਾਜ਼ੀ ਹੋ ਜਾਵੇ ਕਿਸੇ ਤਰ੍ਹਾਂ ਵੀ, ਬਸ। ਨਹੀਂ, ਇਹ ਤੁਹਾਡੀ ਸਮਝ ਮੁਤਾਬਿਕ ਠੀਕ ਹੈ, ਉਹਦੀ ਸਮਝ ਮੁਤਾਬਿਕ ਠੀਕ ਹੈ। ਇਹ ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ? ਮਸਲਨ ਜੇ ਉਹ ਠੀਕ ਹੋ ਵੀ ਜਾਵੇ ਤਾਂ ਕੀ ਪਤਾ ਉਹਦੇ ਹੱਥ ਨਾ ਹਿੱਲਣ, ਜੇ ਲੱਤਾਂ ਨਾ ਤੁਰਨ, ਫਿਰ ਦੱਸੋ ਕੀ ਉਹ ਜਿਉਣਾ ਚਾਹੇਗੀ? ਅਤੇ ਤੁਸੀਂ ਉਹਨੂੰ ਬਚਾ ਕੇ ਕੀ ਕਹੋਗੇ ਫਿਰ? ਹੁਣ ਮੈਂ ਬਿਲਕੁਲ ਡਰ ਗਈ ਸਾਂ। ਫਿਰ ਇਸ ਤੋਂ ਬਾਅਦ ਉਹ ਕਾਫੀ ਜਿੱਦਾਂ ਮਤਲਬ ਫਿਕਰ ਦੇ ਵਿੱਚ ਹੁੰਦੇ ਆ ਵੀ ਉਹਨਾਂ ਦੀ ਬੱਚੀ ਇੰਨੀ ਜਲ ਚੁੱਕੀ ਸੀਗੀ। ਠੀਕ ਹੈ। ਉਹਦੀ ਬਹਾਦਰੀ ਦੀ ਤਾਂ ਦਾਦ ਦੇ ਰਹੇ ਹਾਂ ਅਸੀਂ ਸਾਰੇ। ਬੜੀ ਸ਼ੇਰਨੀ ਬੱਚੀ ਹੈ, ਪਰ ਡਾਕਟਰਾਂ ਦੇ ਵੱਸ ਨਹੀਂ। 3rd ਡਿਗਰੀ ਦੇ ਬਰਨ ਨੇ। 3rd ਕੀ ਹੁੰਦੀ ਹੈ? ਮੈਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਰਹੀ ਸੀ। ਕਹਿ ਕੇ ਮੈਂ ਪੁੱਛਿਆ, ਤੁਸੀਂ ਵਾਹਿਗੁਰੂ ਦਾ ਨਾਂ ਲਵੋ, ਉਹਦਾ ਹੀ ਆਸਰਾ ਹੈ। ਹੋਰ ਗਿਣਤੀਆਂ ਵਿੱਚ ਨਾ ਪਾਵੋ ਇਸ ਵੇਲੇ। ਕਹੋ ਤਾਂ ਮੈਂ ਤੁਹਾਡੇ ਕੋਲ ਬਹਿ ਕੇ ਤੁਹਾਨੂੰ ਪਾਠ ਸੁਣਾਵਾਂ। ਨਹੀਂ, ਤੁਸੀਂ ਸਵੇਰ ਦੇ ਆਏ ਬੈਠੇ ਹੋ, ਜਾ ਕੇ ਆਰਾਮ ਕਰੋ, ਸਵੇਰੇ ਸਹੀ। ਮੈਂ ਹਾਰ ਕੇ ਕਿਹਾ, ਸੱਤੇਬਾਜ਼ੀਆਂ ਹਾਰ ਕੇ, ਆਪਣੇ ਆਪ ਨੂੰ ਵੀ ਹਾਰ ਕੇ। ਅਤੇ ਦਿਲਾਵਰੀ ਆਪਣੇ ਹੋਟਲ ਚਲੇ ਗਏ। ਫਿਰ ਕੱਜਣ ਇਹਨਾਂ ਨੂੰ ਅਜੀਤ ਕੌਰ ਜੀ ਨੂੰ ਇੱਕ ਸਟੂਡੈਂਟ ਹੋਸਟਲ ਦੇ ਵਿੱਚ ਲੈ ਆਉਂਦੇ ਆ। ਠੀਕ ਹੈ। ਅਤੇ ਉਹ ਫਿਰ ਉਹਨਾਂ ਨੂੰ ਕੁਛ ਖਵਾਉਂਦੇ ਪਿਆਉਂਦੇ ਆ। ਅਤੇ ਫਿਰ ਤੁਹਾਨੂੰ ਦੱਸਦੀ ਹਾਂ ਵੀ ਫਿਰ ਉਹ ਦੱਸਦੇ ਆ ਵੀ ਉਹ ਫਿਰ ਪੁੱਛਦੇ ਆ ਵੀ ਇਹ ਹਾਦਸਾ ਕਿਵੇਂ ਹੋਇਆ। ਅਤੇ ਉਹ ਦੱਸਦੇ ਆ ਵੀ ਆਹ ਦੇਖੋ, ਇੱਥੋਂ ਪੜ੍ਹ ਲਈਏ। ਹਾਲੇ ਇੱਕ ਹਫ਼ਤਾ ਪਹਿਲਾਂ ਪੈਰਿਸ ਤੋਂ ਆਈ ਸੀ ਮੇਰੇ ਕੋਲ। ਕੱਜਣ ਦੀ ਆਵਾਜ਼ ਅੱਥੂਆਂ ਨਾਲ ਭਿੱਜੀ ਹੋਈ ਸੀ। ਹੁਣ ਤਾਂ ਅਸੀਂ ਗਰੀਸ ਜਾ ਰਹੇ ਸਾਂ। 13 ਤਰੀਕ ਇੱਥੇ ਹੋਰ ਤੁਰ ਪੈਣਾ ਸੀ। 14 ਨੂੰ ਤਾਂ ਉਹਦਾ ਸਕਾਲਰਸ਼ਿਪ ਖਤਮ ਹੋ ਰਿਹਾ ਸੀ। ਬੜੇ ਵਕਤਾਂ ਨਾਲ ਗਰੀਸ ਦਾ ਵੀਜ਼ਾ ਮਿਲਿਆ ਸੀ, ਕਿਉਂਕਿ ਉੱਥੇ ਪੋਲੀਟੀਕਲ ਗੜਬੜ ਹੈ। ਅਤੇ ਫਿਰ ਚੱਲੇ ਕਿਉਂ ਸੀ ਉੱਧਰ ਨੂੰ?
ਇਹ ਇੱਕ ਕੁੱਕ ਸੀ ਉਸ ਵਿਸ਼ੀ ਦੇ ਹੋਸਟਲ ਦੀ ਕੈਂਟੀਨ ਵਿੱਚ, ਮੇਰਾ ਦੋਸਤ ਸੀ। ਉਹਨੇ ਕਿਹਾ ਗਰੀਸ ਵਿੱਚ ਗੜਬੜ ਹੈ, ਉਹਦੇ ਬਜ਼ੁਰਗ ਮਾਂ-ਬਾਪ ਉੱਥੇ ਨੇ ਤੇ ਚਿੱਠੀ ਤਾਰ ਕੋਈ ਆ ਨਹੀਂ ਰਹੀ। ਬਸ ਕੈਂਡੀ ਕਹਿਣ ਲੱਗੀ, ਤੂੰ ਫਿਕਰ ਨਾ ਕਰ, ਮੈਂ ਘਰ ਮੁੜਦੀ ਵਾਰੀ ਉੱਥੋਂ ਹੋ ਕੇ ਜਾਵਾਂਗੀ ਤੇ ਉਹਨਾਂ ਦਾ ਖਾਤੇ ਹਿੰਦੁਸਤਾਨ ਤੋਂ ਪੋਸਟ ਕਰ ਦਿਆਂਗੀ ਤੇਰੇ ਵੱਲ। ਜਿਸ ਦਿਨ ਇਹ ਐਕਸੀਡੈਂਟ ਹੋਇਆ ਮੈਂ ਤਾਂ ਸਵੇਰੇ ਆਪਣੇ ਕੰਮ 'ਤੇ ਗਿਆ ਹੋਇਆ ਸਾਂ। ਦੁਪਹਿਰੇ ਕੋਈ 3 ਕੁ ਵਜੇ ਵਾਪਸ ਮੁੜਿਆ। ਇਹ ਆਪਣੇ ਕਮਰੇ ਵਿੱਚ ਸਮਾਨ ਪੈਕ ਕਰ ਰਹੀ ਸੀ, ਰਾਤ ਵਾਲਾ ਲੂੰਗੀ ਕੁੜਤਾ ਹੀ ਪਾ ਕੇ। ਮੈਂ ਕਿਹਾ, ਤੂੰ ਜਾ ਕੇ ਰੋਟੀ ਖਾ ਆਈ ਹੈ? ਕਹਿਣ ਲੱਗੀ, ਨਹੀਂ, ਮੈਂ ਤਾਂ ਸਵੇਰ ਦੀ ਅੰਮਾ ਨੂੰ ਚਿੱਠੀ ਲਿਖ ਰਹੀ ਸਾਂ ਤੇ ਫਿਰ ਸਮਾਨ ਬੰਨਣ ਲੱਗ ਪਈ ਸਾਂ। ਮੈਂ ਤਾਂ ਸਵੇਰ ਦੀ ਅੰਮਾ ਨੂੰ ਚਿੱਠੀ ਲਿਖ ਰਹੀ ਸਾਂ ਤੇ ਫਿਰ ਸਮਾਨ ਜਿਹੜਾ ਸੀ ਇਹ ਬੰਨਾਂਗੇ। ਕਹਿਣ ਲੱਗੀ, ਮੈਂ ਤੇ ਅਜੇ ਨਹਾਤੀ ਵੀ ਨਹੀਂ, ਨਾਲੇ ਮੈਂ ਮਟਰ ਟਮਾਟਰ ਰੱਖੇ ਹੋਏ ਨੇ। ਮੇਰਾ ਦਿਲ ਕਰਦਾ ਸੀ ਅੱਜ ਆਖਰੀ ਦਿਨ ਹੈ, ਮੈਂ ਤੈਨੂੰ ਆਪਣੇ ਹੱਥੀਂ ਦਿੱਲੀ ਦੇ ਘਰ ਵਰਗੇ ਮਟਰ ਬਣਾ ਕੇ ਖਵਾਵਾਂ। ਮੈਂ ਕਿਹਾ, ਤੂੰ ਮਟਰ ਮੁਟਰ ਛੱਡ, ਉਸ ਸਟੋਵ 'ਤੇ ਪਾਣੀ ਰੱਖ ਕੌਫੀ ਜੋਗਾ ਤੇ ਮੈਂ ਹੁਣੇ ਬਾਜ਼ਾਰੋਂ ਖਾਣ ਲਈ ਕੁਝ ਲੈ ਕੇ ਆਉਣਾ। ਮੈਂ ਵਾਪਸ ਆਇਆ ਤਾਂ ਉੱਥੇ ਫਾਇਰ ਬ੍ਰਿਗੇਡ ਦਾ ਇੰਜਨ ਖੜਾ ਸੀ। ਭੀੜ ਇਕੱਠੀ ਹੋਈ ਸੀ। ਇਹਦਾ ਕਮਰਾ ਤਾਂ ਤੀਜੀ ਛੱਤ 'ਤੇ ਸੀ, ਪਰ ਪਹਿਲੀ ਛੱਤੇ ਦੀਆਂ ਪੌੜੀਆਂ ਵਿੱਚ ਇਹ ਡਿੱਗੀ ਪਈ ਸੀ ਤੇ ਚੀਖ ਰਹੀ ਸੀ, ਚਾਦਰ ਦਿਓ, ਕਿਉਂਕਿ ਸਾਰੇ ਕੱਪੜੇ ਉਹਦੇ ਸੜ ਗਏ ਸਨ। ਫਾਇਰ ਬ੍ਰਿਗੇਡ ਵਾਲਿਆਂ ਨੂੰ ਡਾਂਟ ਰਹੀ ਸੀ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਮੇਰਾ ਪੋਸਟਮਾਰਟਮ ਪੁੱਛੀ ਜੇ, ਮੇਰਾ ਪਾਸਪੋਰਟ ਪੁੱਛੀ ਜਾਂਦੇ ਹੋ, ਪਹਿਲਾਂ ਮੈਨੂੰ ਕੋਈ ਕੱਪੜਾ ਲਿਆ ਕੇ ਦਿਓ, ਮੈਂ ਨੰਗੀ ਹਾਂ। ਮੈਂ ਦੌੜ ਕੇ ਚਾਦਰ ਲਿਆਇਆ, ਉਹਨੂੰ ਲਪੇਟਿਆ, ਐਂਬੂਲੈਂਸ ਵਿੱਚ ਹਸਪਤਾਲ ਲੈ ਗਏ। ਉਹਨਾਂ ਫਸਟ ਏਡ ਦਿੱਤੀ। ਕਹਿਣ ਲੱਗੇ, ਇਹ ਬਹੁਤ ਸੜ ਗਈ ਹੈ, ਸਾਡੇ ਵਾਸ ਨਹੀਂ ਹੈ ਇਹਦਾ ਇਲਾਜ ਕਰਨਾ, ਇਹਨੂੰ ਲਿਓ ਲੈ ਜਾਓ, ਉੱਥੇ ਸਪੈਸ਼ਲ ਹਸਪਤਾਲ ਹੈ, ਉੱਥੇ ਠੀਕ ਇਲਾਜ ਹੋਵੇਗਾ। ਸੋ ਹੈਲੀਕਾਪਟਰ ਵਿੱਚ ਲਿਓ ਲਿਆਂਦਾ ਗਿਆ। ਹੈਲੀਕਾਪਟਰ ਵਿੱਚ ਸਟ੍ਰੈਚਰ ਰੱਖਣ ਲੱਗੇ ਤਾਂ ਮੈਨੂੰ ਕਹਿਣ ਲੱਗੀ, ਮੇਰੀ ਮਾਂ ਨੂੰ ਨਾ ਦੱਸੀ, ਉਹ ਫਿਕਰ ਕਰੇਗੀ, ਮੈਂ ਆਪੇ ਠੀਕ ਹੋ ਕੇ ਦੱਸਾਂਗੀ। ਪਰ ਜਦੋਂ ਡਾਕਟਰਾਂ ਨੇ ਕਿਹਾ ਤੇ ਕੱਜਣ ਨੇ ਅੱਖਾਂ ਨੀਵੀਆਂ ਕਰ ਲਈਆਂ, ਪਲਕ ਰੁਕਿਆ, ਮੇਰਾ ਸਾਹ ਸੰਗ ਵਿੱਚ ਖਲੋਤਾ, ਭੌਂਟਣੀ ਖਾ ਕੇ ਡਿੱਗਣ ਲੱਗਾ। ਠੀਕ ਹੈ, ਇਸ ਤਰ੍ਹਾਂ ਫਿਰ ਇਹ ਸਾਰਾ ਕੱਜਣ ਦੱਸਦਾ ਹੈਗਾ ਅਜੀਤ ਕੌਰ ਜੀ ਨੂੰ ਵੀ ਇਸ ਤਰ੍ਹਾਂ ਵਾਪਰਿਆ ਸਾਰਾ ਕੁਝ। ਠੀਕ ਹੈ ਜੀ। ਫਿਰ ਇਹ ਆਪਣੀ ਬੱਚੀ ਨੂੰ ਇੱਦਾਂ ਰੋਜ਼ ਹਸਪਤਾਲ ਦੇਖਣ ਜਾਂਦੇ ਹੁੰਦੇ ਸੀ, ਉਹ ਨਹੀਂ ਸੀ ਮਿਲਣ ਦਿੰਦੇ ਹੁੰਦੇ ਜ਼ਿਆਦਾ। ਅਤੇ ਫਿਰ ਇਹ ਕਾਫੀ ਅਰਦਾਸ ਕਰਦੇ ਆ ਰੱਬ ਜੀ ਨੂੰ ਵੀ ਮੇਰੀ ਬੇਟੀ ਨੂੰ ਠੀਕ ਕਰ ਦਿਓ, ਜੇ ਮੈਂ ਕਿਸੇ ਦਾ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਹੈਗਾ ਨਾ ਤਾਂ ਪਲੀਜ਼ ਮੇਰੀ ਬੱਚੀ ਨੂੰ ਠੀਕ ਕਰ ਦਿਓ। ਠੀਕ ਹੈ, ਕਾਫੀ ਤਰਲੇ ਵਗੈਰਾ ਲੈਂਦੇ ਆ। ਠੀਕ ਹੈ, ਇਹਨਾਂ ਦੀ ਬੱਚੀ ਵੈਸੇ ਇੰਨੀ ਕੁ ਬਹਾਦਰ ਦਿਖਾਈ ਗਈ ਹੈ ਨਾ ਕਿ ਮਤਲਬ ਸਿਰਫ ਚਿਹਰਾ ਹੀ ਬਚਿਆ ਸੀ, ਬਾਕੀ ਸਾਰੀ ਤਾਂ ਸਰੀਰ ਜਿਹੜਾ ਜਲ ਚੁੱਕਾ ਸੀਗਾ। ਜਦੋਂ ਫੋਨ 'ਤੇ ਗੱਲ ਕਰਦੇ ਸੀਗੇ ਆਪਣੇ ਮਤਲਬ ਅਜੀਤ ਕੌਰ ਜੀ ਦੇ ਨਾਲ, ਆਪਣੇ ਮਾਤਾ ਜੀ ਦੇ ਨਾਲ, ਤਾਂ ਇੰਨੀ ਦਲੇਰੀ ਦੇ ਨਾਲ ਕਰਦੇ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੋਵੇ। ਠੀਕ ਹੈ, ਮੈਂ ਤੁਹਾਨੂੰ ਥੋੜ੍ਹਾ ਸ਼ਾਰਟ ਦੱਸ ਰਹੀ ਹਾਂ ਵੀ ਚਲੋ ਤੁਹਾਨੂੰ ਕੋਈ ਲੰਬੀ ਵੀਡੀਓ ਦਾ ਹੋਵੇ ਨਾ। ਠੀਕ ਹੈ, ਉਸ ਤੋਂ ਬਾਅਦ ਫਿਰ ਆ ਦੇਖੋ, ਇਹ ਨਰਸ ਬੜੀ ਭੈੜੀ ਹੈ, ਕਹਿੰਦੀ ਹੈ ਮੈਂ ਹੋਰ ਵੀ 20 ਮਰੀਜ਼ਾਂ ਦਾ ਖਿਆਲ ਰੱਖਣਾ ਹੈ। ਮਤਲਬ ਉਹਨਾਂ ਦੀ ਬੇਟੀ ਪਾਣੀ ਮੰਗਦੀ ਹੈ ਤੇ ਨਰਸ ਪਾਣੀ ਨਹੀਂ ਦਿੰਦੀ ਹੈਗੀ ਹੈ। ਠੀਕ ਹੈ, ਤਾਂ ਉਹ ਫਿਰ ਜੂਸ ਮੰਗਦੀ ਹੈ ਕੈਂਡੀ, ਤਾਂ ਉਹ ਫਿਰ ਜੂਸ ਲਿਆ ਕੇ ਦਿੰਦੇ ਆ, ਪਰ ਜੂਸ ਵੀ ਉਹਦੇ ਤੱਕ ਨਹੀਂ ਪਹੁੰਚਦਾ। ਠੀਕ ਹੈ, ਪਤਾ ਨਹੀਂ ਸਵੇਰੇ ਜਿਹੜਾ ਡਾਕਟਰ ਆਉਂਦਾ ਹੈ ਕਹਿੰਦਾ ਹੈ ਪਾਣੀ ਨਹੀਂ ਪੀਣਾ, ਰਾਤ ਵੇਲੇ ਕਹਿੰਦਾ ਹੈ ਪੀ, ਮੈਨੂੰ ਪਿਆਸ ਤੇ ਹੁਣ ਲੱਗੀ ਹੋਈ ਹੈ। ਉਹਦੇ ਹੋਠ ਪਿਆਸ ਨਾਲ ਸੁੱਕ ਕੇ ਸਫੇਦ ਹੋ ਰਹੇ ਸਨ, ਲਾਲ ਸੁਰਖ ਬੁੱਲੀਆਂ ਮੈਨੂੰ ਚੁੰਮੀਆਂ ਦੇਣ ਵਾਲੀਆਂ, ਲੱਤਾਂ ਕੋ ਟੇਢੀਆਂ ਹੋ ਕੇ ਮੁਸਕਰਾਉਣ ਵਾਲੀਆਂ, ਉਦਾਸੀ ਵਿੱਚ ਸਿਗਰਟ ਦੇ ਧੂਏ ਦਾ ਘੁੱਟ ਭਰਨ ਵਾਲੀਆਂ, ਗਾਉਣ ਵਾਲੀਆਂ, ਕੱਥਕ ਨੱਚਦਿਆਂ ਸ਼ੌਖ ਅਦਾ ਨਾਲ ਹੱਸੂ ਕਰਨ ਵਾਲੀਆਂ, ਇੰਨੀਆਂ ਸਿਆਣੀਆਂ ਗੱਲਾਂ ਕਰਨ ਵਾਲੀਆਂ ਪਿਆਸ ਨਾਲ ਸੁੱਕ ਕੇ ਸਫੇਦ ਹੋ ਰਹੀਆਂ ਸਨ। ਕੱਜਣ ਭੱਜਾ ਗਿਆ। ਇੱਕ ਬਾਰੀ ਵਿੱਚੋਂ ਨਰਸ ਸਭ ਮਰੀਜ਼ਾਂ ਲਈ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਪੈਕਟ ਫੜ ਕੇ ਅੰਦਰ ਰੱਖ ਰਹੀ ਸੀ। ਕੱਜਣ ਨੇ ਕਿਹਾ, ਇਹ ਕਹਿੰਦੀ ਹੈ ਇਹਦੀ ਆਪਣੀ ਧੀ ਜਵਾਨੀ ਵਿੱਚ ਮਰ ਗਈ ਸੀ, ਇਸ ਕਰਕੇ ਇਹਨੂੰ ਪਤਾ ਹੈ ਤੁਹਾਡੇ ਦਰਦ ਦਾ, ਪੀੜ ਦਾ। ਮੈਂ ਰੋ ਰਹੀ ਸਾਂ, ਉਹ ਵੀ ਰੋ ਰਹੀ ਸੀ। ਮੈਂ ਵਾਪਸ ਕੈਂਡੀ ਕੋਲ ਆਈ, ਜੂਸ ਪੀ ਕੇ ਵੀ ਉਹ ਨਿਡਾਲ ਜਾਪ ਰਹੀ ਸੀ। ਬਹੁਤ ਘਬਰਾਈ ਹੋਈ। ਮੈਂ ਟੈਲੀਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਦੀ ਆਵਾਜ਼ ਰੁਕ ਕੇ ਆ ਰਹੀ ਸੀ। ਬਸ ਇੰਨਾ ਹੀ ਕਿਹਾ, ਮੈਂ ਤੁਹਾਡੇ ਵਾਸਤੇ ਤੇ ਡੋਲੀ ਵਾਸਤੇ 2 ਕੋਟ ਖਰੀਦੇ ਸਨ, ਮੇਰੇ ਟਰੰਕ ਵਿੱਚ ਪਏ ਨੇ, ਜਿਸ ਤਰ੍ਹਾਂ ਸੁਨੇਹਾ ਦੇ ਰਹੀ ਹੋਵੇ। ਠੀਕ ਹੈ,
ਤੇ ਫਿਰ ਉਹ ਕਹਿਣ ਲੱਗੀ ਬਸ ਮੈਂ ਥੱਕ ਗਈ ਹਾਂ, ਤੇ ਉਹਨੇ ਅੱਖਾਂ ਮੀਟ ਲਈਆਂ। ਰੋਂਦੀ ਰੋਂਦੀ ਮੈਂ ਪੁੰਜੇ ਹੀ ਬਹਿ ਗਈ ਉਹਦੇ ਬਰਾਂਡੇ ਵਿੱਚ। ਅਚਾਨਕ ਸੁਖਮਨੀ ਸਾਹਿਬ ਦਾ ਖਿਆਲ ਆਇਆ। ਮੈਂ ਕਿਹਾ ਕੈਂਡਲੋ, ਮੈਂ ਤੈਨੂੰ ਪਾਠ ਸੁਣਾਉਂਦੀ ਹਾਂ, ਤੂੰ ਚੁੱਪਚਾਪ ਸੁਣ ਹੈ। ਤੇ ਮੈਂ ਪਾਠ ਕਰਨ ਲੱਗ ਪਈ ਰਿਸੀਵਰ ਵਿੱਚ। ਜਾ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। 5 ਕੁ ਮਿੰਟ ਜਿੰਨਾ ਕੁ ਮੇਰੇ ਅਥਰੂਆਂ ਨੇ ਇਜਾਜ਼ਤ ਦਿੱਤੀ, ਮੈਂ ਪਾਠ ਕਰਦੀ ਰਹੀ। ਫਿਰ ਦੂਜੇ ਪਾਸੇ ਬਹੁਤ ਕਮਜ਼ੋਰ ਆਵਾਜ਼ ਆਈ, ਬਸ ਹੋਰ ਨਹੀਂ ਸੁਣਿਆ ਜਾਂਦਾ ਅੰਮੀ। ਮੈਂ ਕੱਜਣ ਦੇ ਮੋਢਿਆਂ 'ਤੇ ਘਸੀੜਦੀ ਹੋਸਟਲ ਆਈ। ਠੀਕ ਹੈ, ਫਿਰ ਅਰਪਣਾ ਅੱਗੇ। ਅੱਛਾ, ਇਸ ਤੋਂ ਬਾਅਦ ਫਿਰ ਇੱਕ ਕਾਲ ਪੈਰਿਸ ਐਮਬੈਸੀ ਨੂੰ ਬੁੱਕ ਕੀਤੀ, ਇੱਕ ਤਾਰ ਦਿਲਾਵਰੀ ਨੂੰ ਭੇਜ ਦਿੱਤੀ ਪਲੀਜ਼ ਸੇਵ ਹਰ, ਪਲੀਜ਼ ਆਸਕ ਦਾ ਡਾਕਟਰ ਇਨ ਚਾਰਜ ਟੂ ਟੇਕ ਸਪੈਸ਼ਲ ਕੇਅਰ ਆਫ ਹਰ, ਪਲੀਜ਼ ਸੇਵ ਮਾਈ ਚਾਈਲਡ। ਅਰਪਣਾ ਬੰਗਲਾਦੇਸ਼ ਜਾ ਕੇ ਅਖੰਡ ਪਾਠ ਰਖਵਾ ਦੇ। ਕਹਿੰਦੇ ਨੇ ਜਦੋਂ ਤੱਕ ਅਖੰਡ ਪਾਠ ਹੁੰਦਾ ਰਹੇ ਕੋਈ ਖਤਰਾ ਨਹੀਂ ਹੁੰਦਾ। ਟੈਲੀਫੋਨ 'ਤੇ ਮੈਂ ਚੀਖ ਰਹੀ ਸਾਂ, ਰੋ ਰਹੀ ਸਾਂ, ਤਰਲੇ ਕਰ ਰਹੀ ਸਾਂ। ਠੀਕ ਹੈ, ਅੱਗੇ ਉਹ ਮਤਲਬ ਅੱਗੇ ਫਿਰ ਦੇਖੋ ਕੱਜਣ ਤੇ ਅੱਗੇ ਆ ਦੇਖੋ। ਫਿਰ ਜਦੋਂ ਆਪਣੀ ਬੱਚੀ ਨੂੰ ਅੰਦਰ ਮਿਲਣ ਜਾਂਦੇ ਹੈਗੇ ਆ, ਡਾਕਟਰ ਨੇ ਇੱਕ ਕਮੀਜ਼ ਤੇ ਇੱਕ ਪਜਾਮਾ ਲਿਆ, ਮੇਰੇ ਹੱਥ ਫੜਾ ਦਿੱਤਾ, ਮੇਰੀ ਬਾਂਹ ਫੜ ਕੇ ਮੈਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਧਕੇਲ ਦਿੱਤਾ। ਮੈਂ ਕੰਬਦੇ ਹੱਥਾਂ ਨਾਲ ਉਹ ਕੱਪੜੇ ਪਾਏ ਬਾਹਰ ਆਈ। ਉਹ ਗੁੱਸੇ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਕਮਰੇ ਵੱਲ ਲੈ ਤੁਰਿਆ। ਮੇਰੀ ਧੀ ਦੀ ਮੰਜੀ ਕੋਲ ਗਲੂਕੋਜ਼, ਖੂਨ, ਆਕਸੀਜਨ ਤੇ ਹੋਰ ਪਤਾ ਨਹੀਂ ਕੀ ਪਿਆ ਸੀ। ਮੈਂ ਝੁਕ ਕੇ ਉਹਦਾ ਮੂੰਹ ਚੁੰਮਿਆ, ਮੱਥਾ ਚੁੰਮਿਆ। ਉਹਨੇ ਅੱਖਾਂ ਖੋਲ੍ਹੀਆਂ, ਖੁਸ਼ਕ ਹੋਠਾਂ ਨਾਲ ਪਤਾ ਨਹੀਂ ਕੀ ਕਿਹਾ, ਸਮਝ ਨਹੀਂ ਆਈ। ਉਹਦੇ ਉਹ ਬੋਲ ਜਿਹੜੇ ਉਸ ਘੜੀ ਮੈਨੂੰ ਸਮਝ ਨਹੀਂ ਸਨ ਆਏ, ਉਹ ਸੁਣਨ ਲਈ ਮੈਂ ਆਪਣੀ ਬਾਕੀ ਦੀ ਜ਼ਿੰਦਗੀ 10 ਵਾਰੀ ਕੁਰਬਾਨ ਕਰ ਸਕਦੀ ਹਾਂ, ਪਰ ਕੋਈ ਸੌਦਾ ਕਰਨ ਵਾਸਤੇ ਤਿਆਰ ਹੀ ਨਹੀਂ। ਕੀ ਮੇਰੇ ਬੱਚੇ? ਮੈਂ ਉਹਨੂੰ ਫੇਰ ਚੁੰਮਿਆ। ਇਹ ਜ਼ਿੰਦਗੀ ਵਿੱਚ ਪਹਿਲੀ ਵਾਰ ਸੀ ਕਿ ਮੈਂ ਉਹਦੇ ਕੋਲ ਸਾਂ ਤੇ ਉਹਨੇ ਮੈਨੂੰ ਧਾਕ ਕੇ ਗਲਵੱਕੜੀ ਨਹੀਂ ਸੀ ਪਾਈ, ਤਰਸ ਕੇ ਮੇਰੇ ਗਲ ਨਹੀਂ ਸੀ ਲੱਗੀ। ਬਿਲਕੁਲ ਬੇਬਸ, ਬੇਸਹਾਰਾ ਉਹ ਉੱਥੇ ਲੇਟੀ ਗਈ। ਅਚਾਨਕ ਉਸ ਡਾਕਟਰ ਨੇ ਉਹ ਪਿੰਜਰਾ ਜਿਹਾ ਚੁੱਕ ਦਿੱਤਾ, ਜਿਹਦੇ ਉੱਤੇ ਚਾਦਰ ਪਾ ਕੇ ਉਹਨੂੰ ਕੱਜਿਆ ਹੋਇਆ ਸੀ। ਸੜੇ ਹੋਏ ਮਾਸ ਦੀ ਤੇਜ਼ ਹੁਆਂਕ ਗਲੇ ਤੋਂ ਪੈਰਾਂ ਤੱਕ ਆਲੂ ਵਾਂਗ ਪੁੱਜੀ ਹੋਈ। ਜੇ ਕੋਈ ਵੀ ਉਸ ਵੇਲੇ ਮੈਨੂੰ ਉਹਦੇ ਨਾਲ ਵਟਾ ਲੈਂਦਾ, ਉਹਦਾ ਕਰਜ਼ਾ ਮੈਂ 10 ਜਨਮ ਲਾਂਦੀ ਰਹਿੰਦੀ। ਹੁਣ ਭੱਜਣ ਦੀ ਵਾਰੀ ਮੇਰੀ ਸੀ ਤੇ ਅੱਜ ਤੱਕ ਪੁੱਜਣ ਦੀ ਵਾਰੀ ਮੇਰੀ ਸੀ ਤੇ ਅੱਜ ਤੱਕ ਪੁੱਜ ਰਹੀਆਂ ਨੰਗੇ ਮਗਦੇ ਅੰਗਿਆਰਾਂ ਉੱਤੇ। ਬਸ ਚੱਲੋ ਹੁਣ ਬਾਹਰ, ਡਾਕਟਰ ਦਾ ਹੁਕਮ ਸੀ। ਚੁੱਪਚਾਪ ਘਟਕੋਰਿਆਂ ਨਾਲ ਕੰਬਦੇ ਅਸੀਂ ਦੋਵੇਂ ਬਾਹਰ ਨਿਕਲ ਆਏ। ਡਾਕਟਰ ਕਹਿਣ ਲੱਗਾ, ਮੈਂ ਇਸ ਕਰਕੇ ਤੈਨੂੰ ਅੰਦਰ ਨਹੀਂ ਸੀ ਲਿਆਉਣਾ ਚਾਹੁੰਦਾ। ਹੁਣ ਸਾਰੀ ਉਮਰ ਇਹ ਹਵਾਕ ਤੇਰੇ ਦਿਮਾਗ ਵਿੱਚੋਂ ਨਹੀਂ ਨਿਕਲੇਗੀ, ਇਸ ਕਰਕੇ ਮੈਂ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੰਦਾ। ਇਸ ਹਵਾਕ ਨੂੰ ਝੱਲਣ ਲਈ ਸਾਨੂੰ ਸਾਲਾਂ ਦੇ ਸਾਲ ਟ੍ਰੇਨਿੰਗ ਲੈਣੀ ਪੈਂਦੀ ਹੈ। ਵਿਲ ਯੂ ਸੇਵ ਹਰ ਡਾਕਟਰ? ਮੈਂ ਉਹਦੇ ਤਰਲੇ ਕਰ ਰਹੀ ਸੀ। ਉਹ ਬਾਹਰ ਗਿਆ, ਅਸੀਂ ਵੀ ਬਾਹਰ ਗਏ। ਠੀਕ ਹੈ, ਇਸ ਤਰ੍ਹਾਂ ਉਹ ਆਪਣੀ ਬੇਟੀ ਨੂੰ ਮਿਲ ਕੇ ਆਉਂਦੇ ਆ। ਠੀਕ ਹੈ, ਤਾਂ ਇਸ ਤੋਂ ਬਾਅਦ ਫਿਰ ਆ ਦੇਖੋ, ਤਰਕਾਲਾ ਵੇਲੇ ਇੱਕ ਡਾਕਟਰ ਡਾਕਟਰ ਨੇ ਆ ਕੇ ਕਿਹਾ, ਤੁਸੀਂ ਹੋਸਟਲ ਜਾਓ, ਅਸੀਂ ਫੋਨ ਕਰਾਂਗੇ। ਇਹ ਕਹਿ ਕੇ ਝਟਪਟ ਵਾਪਸ ਅੰਦਰ ਚਲਾ ਗਿਆ। ਖਿੜਕੀ ਫੇਰ ਬੰਦ ਹੋ ਗਈ। ਕੱਜਣ ਕਹਿਣ ਲੱਗਾ, ਜੇ ਇਹਨਾਂ ਨੂੰ ਫੋਨ ਕਰਨ ਦੀ ਲੋੜ ਪਈ ਤਾਂ ਹੋਸਟਲ ਵਿੱਚ ਕਰਦੇ ਰਹਿਣਗੇ। ਇਹਨਾਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਅਸੀਂ ਇੱਥੇ ਬੈਠੇ ਹਾਂ। ਮੇਰਾ ਖਿਆਲ ਹੈ ਕਿ ਸਾਨੂੰ ਹੋਸਟਲ ਵਿੱਚ ਚੱਲ ਕੇ ਫੋਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਫੋਨ ਕੀ ਕਹਿਣਗੇ? ਫੋਨ 'ਤੇ ਕੀ ਖਬਰ ਦੇਣਗੇ? ਮੇਰਾ ਦਿਮਾਗ ਬਿਲਕੁਲ ਸੁਲਸੀਏ ਸਵਾਲ ਉੱਗਦੇ ਸਨ, ਜਵਾਬ ਤਰਹਿ ਜਾਂਦੇ ਸਨ। ਛੋਟੇ ਮਾਸੂਮ ਖਰਗੋਸ਼ਾਂ ਵਾਂਗ ਜਾਂ ਗਿਰਦ ਖੁੰਕਾਰ ਦਰਿੰਦਿਆਂ ਵਾਂਗ ਦੁਬਕ ਜਾਂਦੇ ਸਨ। ਸ਼ਾਇਦ ਮੇਰੇ ਗਿਰਦ ਖੜੋਤੇ ਸਨ ਸਾਰੇ ਦੇ ਸਾਰੇ, ਜਵਾਬ ਗਰਦਨ ਲਟਕਾਈ, ਪਰ ਮੈਂ ਉਹਨਾਂ ਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਸਾਂ। ਠੀਕ ਹੈ, ਇਸ ਤੋਂ ਬਾਅਦ ਲੋ ਜੀ, ਸਵੇਰ ਦੀ ਲੋ, ਜਿਸ ਦਿਨ ਇਹਨਾਂ ਦੀ ਬੇਟੀ ਦੀ ਮੌਤ ਹੋ ਜਾਂਦੀ ਆ, ਸਵੇਰ ਦੀ ਲੋ ਲੱਗ ਰਹੀ ਸੀ ਜਦੋਂ ਮੇਰੇ ਕਮਰੇ ਦੀ ਘੰਟੀ ਵੱਜੀ। ਮੈਂ ਤਰਬਕ ਜਾਗੀ, ਪਤਾ ਨਹੀਂ ਕਿਸ ਵੇਲੇ ਅੱਗ ਲੱਗ ਗਈ ਸੀ। ਅੰਮੀ ਛੇਤੀ ਚਲੋ ਹਸਪਤਾਲ। ਕਿਉਂ, ਕੀ ਕਿਹਾ ਹੈ ਉਹਨਾਂ ਨੇ? ਮੈਂ ਘਬਰਾ ਕੇ ਚੱਪਲਾਂ ਪਾਉਂਦਾ ਕਿ ਕੁਝ ਨਹੀਂ, ਤਬੀਅਤ ਜ਼ਿਆਦਾ ਖਰਾਬ ਹੈ। ਤੇ ਕੱਜਣ ਨੱਸਦਾ ਹੋਇਆ ਪੌੜੀਆਂ ਉਤਰ ਗਿਆ। ਹਸਪਤਾਲ। ਕੱਜਣ ਘਬਰਾਇਆ ਉਸ ਟੈਲੀਫੋਨ ਵਿੱਚ ਬੋਲ ਰਿਹਾ ਸੀ। ਮੈਂ ਜਿਹੜਾ ਦ੍ਰਿਸ਼ ਹੈ ਨਾ, ਮਤਲਬ ਪੜ੍ਹ ਕੇ ਨਾ, ਮਤਲਬ ਅੰਦਰ ਪਤਾ ਨਹੀਂ ਅੱਖਾਂ 'ਚੋਂ ਪਾਣੀ ਆਉਣ ਵਾਲਾ ਕੰਮ ਹੋ ਜਾਂਦਾ। ਮੈਂ ਕੰਬਦੀ ਹੋਈ ਬੈਂਚ ਦੀ ਪਿੱਠ ਫੜ ਕੇ ਬਹਿ ਖੜੀ ਸੀ। ਬਾਰੀ ਖੁੱਲੀ। ਡਾਕਟਰ ਨੇ ਬੇਬਸੀ ਨਾਲ ਸਿਰ ਹਿਲਾਇਆ। ਵਾਟ? ਮੈਂ ਚੀਖੀ। ਉਸਨੇ ਕੱਜਣ ਨੂੰ ਦੱਸਿਆ ਤੇ ਕੱਜਣ ਨੇ ਦੱਸਿਆ ਮੈਨੂੰ ਕਿ 5 ਕੁ ਮਿੰਟ ਪਹਿਲਾਂ ਸਾਰੀ ਬਿਲਡਿੰਗ ਡੁੱਬਦੇ ਜਹਾਜ਼ ਵਾਂਗੂ ਡੋਲੀ ਗਈ ਸੀ। ਮਿਲਣਾ ਹੈ? ਨਹੀਂ, ਚੀਕ ਨਹੀਂ ਨਿਕਲੀ। ਨਹੀਂ, ਇਹ ਹਸਪਤਾਲ ਹੈ। ਨਹੀਂ, ਚੁੱਪ, ਖਾਮੋਸ਼। ਇਹੋ ਜਿਹੇ ਕਾਲੇ ਬੋਲੇ ਵਕਤ ਵਿੱਚ ਵੀ ਸ਼ਾਇਦ ਮੈਂ ਖਾਮੋਸ਼ ਜਿਹੀ ਹੋਵਾਂਗੀ ਜਿਹੜੀ
ਇਹ ਸੋਚ ਰਹੀ ਸਾਂ ਜਿਹੜਾ ਬੂਹਾ ਅੱਜ ਤੱਕ ਨਹੀਂ ਸੀ ਖੁੱਲ੍ਹਾ, ਉਹ ਉਹਨਾਂ ਲੋਕਾਂ ਨੇ ਅੱਜ ਖੋਲ੍ਹ ਦਿੱਤਾ ਸੀਗਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੈਗਾ ਆ ਮੈਨੂੰ ਤੁਹਾਨੂੰ ਸਕਰੀਨ ਸਹੀ ਕਰਕੇ ਦਿਖਾਉਣਾ ਪੈਣਾ, ਰੁਕੋ 1 ਮਿੰਟ। ਚਲੋ ਇਸ ਤਰ੍ਹਾਂ ਹੀ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਦੀ ਹਾਂ। ਖੋਲ੍ਹ ਦਿੱਤਾ ਸੀ ਉਹ ਪਿਆਰੇ ਚਿਹਰੇ ਵਾਲੀ ਮੇਰੇ ਨਾਲ ਰਲ ਕੇ ਰੋਣ ਵਾਲੀ ਨਰਸ ਮੇਰੇ ਕੋਲ ਆ ਕੇ ਮੈਨੂੰ ਫੜ ਲਿਆ। ਮੈਨੂੰ ਸਟਰੈਚਰ ਉੱਤੇ ਮੈਂ ਅੰਦਰੋਂ ਸਟਰੈਚਰ ਉੱਤੇ ਉਹ ਆ ਰਹੀ ਸੀ, ਖਾਮੋਸ਼ ਸੁੱਤੀ ਹੋਈ। ਮੈਂ ਉਹਦਾ ਮੱਥਾ ਚੁੰਮਿਆ। ਠੀਕ ਹੈ। ਇਸ ਤਰ੍ਹਾਂ ਉਹ ਮਤਲਬ ਅੰਦਰੋਂ ਉਹਨੂੰ ਲੈ ਕੇ ਆਉਂਦੇ ਡੈੱਡ ਬੋਡੀ ਉਹਨਾਂ ਦੀ ਬੇਟੀ ਦੀ, ਤਾਂ ਫਿਰ ਉਹ ਜਦੋਂ ਮਤਲਬ ਬਾਹਰ ਜਿਸ ਤਰ੍ਹਾਂ ਸੰਸਕਾਰ ਕਰਦੇ ਆ ਉਵੇਂ ਉਹਨੂੰ ਫਿਰ ਕਰ ਲਈ ਉਹਦੇ ਵਿੱਚ ਹੀ ਮਤਲਬ ਕਾਫੀ ਅਜੀਤ ਕੌਰ ਜੀ ਇੱਥੇ ਮਤਲਬ ਘੋਰ ਉਦਾਸੀ ਦੇ ਵਿੱਚ ਚਲ ਜਾਂਦੇ ਆ। ਐਡਾ ਵੱਡਾ ਉਹਨਾਂ ਦੇ ਨਾਲ ਹਾਦਸਾ ਵਾਪਰਦਾ ਹੈ, ਤਾਂ ਜ਼ਰੂਰ ਇਹਨੂੰ ਪੜ੍ਹਨਾ ਚਾਹੀਦਾ ਹੈ। ਠੀਕ ਹੈ। ਤਾਂ ਪੜ੍ਹੋ ਅਤੇ ਵਧੀਆ ਹੈ, ਲੇਖਕਾਂ ਦੇ ਨਾਲ ਬੰਦਾ ਜੁੜਦਾ ਵੀ ਆ ਅਤੇ ਜ਼ਿੰਦਗੀ ਦੀ ਵੀ ਸਮਝ ਆਉਂਦੀ ਹੈ ਵੀ ਯਾਰ ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ, ਜ਼ਿੰਦਗੀ 'ਚ ਬਹੁਤ ਕੁਛ ਹੁੰਦਾ। ਸਿਰਫ ਇੱਕ ਹਾਦਸੇ ਦੇ ਨਾਲ ਟੁੱਟ ਕੇ ਬਹਿ ਜਾਣਾ ਸਹੀ ਨਹੀਂ ਆ ਇਨਸਾਨ ਦੇ ਲਈ। ਮਤਲਬ ਬਹੁਤ ਹਾਦਸੇ ਵਾਪਰਦੇ ਆ, ਬਹੁਤ ਕੁਛ ਹੁੰਦਾ ਜੋ ਸਾਨੂੰ ਬਰਦਾਸ਼ਤ ਕਰਨਾ ਪੈਂਦਾ ਆ ਜਾਂ ਝੱਲਣਾ ਪੈਂਦਾ ਹੈ। ਧੰਨਵਾਦ ਜੀ। ਵੀਡੀਓ ਲੰਬੀ ਹੋ ਗਈ ਹੈ ਪਰ ਚਲੋ ਕੋਈ ਗੱਲ ਨਹੀਂ, ਤੁਸੀਂ ਆਪ ਪੜ੍ਹਨਾ ਇਸ ਨੂੰ। ਧੰਨਵਾਦ।